साहिब जी सुकाओ टल गुर सेविया अहनस सहज सुबा दर्शन परसै जन्म मरण दुख होवै सिफत खसन नूर अरसों कुरसों तुद डिठे सच्चे पातशाह मल जन्म जन्म दी सजन सच्चा पात सिर सांद जिस पास बैठिया सबना दावे सगल द्वार को छाड़ कर गयो तुहारो बाहें गहे की लाज गोविंद दास तो बाहें गहे की लाज अस गोविंद दास तुहार कतक कर्म कमावणे दोष न काहू जोग परमेश्वर ते भुलिया व्यापन सबे रोग वेमुख होए राम ते लगन जन्म विजोग किन में कौड़े होए गए जितड़े माया भोग विच ना कोई कर सकै किस तै रोवै रोज कीता किशु ना होवई लिखिया धुर संजोग वड भागी मेरा प्रभ मिलै तां उतरै सब वियोग नानक को प्रभ राख ले है मेरे साहिब बंदी मोच कतक होवै साध संग बिनसै सबे सोच। वाहिगुरु जी का खालसा वाहिगुरु जी की फतेह। सतगुरां दी साजी नवाजी गुरु की संगत एक बारी फिर मिल के आखिए वाहिगुरु जी का खालसा वाहिगुरु जी की फतेह। आगे आवत सिंह जो पावै वाहिगुरु जी की फतेह बुलावै। धन गुरु गोबिंद सिंह साहिब महाराज जी नूं अपना गुरु मनन वालिओ गुरु क्यों सिखो। ये धन गुरु गोबिंद सिंह महाराज जियां दा हुक्म है, ये फरमान है कि साडा सिख जदों दूसरे सिख दे नाल मिले तो उस वेले गज के फतेह दी सांझ करे। ते संगत विच आपां किन्ने सिख आके जुड़े हाँ। वडभागी गुरमुख जन संगत विच आके बैठे ते फिर इत्थे फतेह सांझी करन दा एक वखरा आनंद है, एक वखरा रस है। जिन्नी संगत बैठी है गुरु दरबार में जदों सारे मिल के फतेह दी सांझ करदे जिन्नियां मुखां दे विचों वाहिगुरु शब्द निकले उन्नियां शब्दां दा फल तैनूं प्राप्त एक वारी फतेह बुलाया हो जाना। जिन्ने शरीर गुरु दरबार विच बैठे ने उन्हां सारियां ने मिल के फतेह दी सांझ कीती है ते जिन्ने शरीर ने उन्ने वारी वाहिगुरु मंत्र तेरा एक वारी कहण दे नाल उन्ना जपिया गया उन्ना फल मिल गया। ये वड्डी दात है जो संगत विचों प्राप्त हो रही है। सतगुरु कृपा करन सतसंगत विच बैठ के जिहड़ा आपां बचन पढ़दे आ सही प्यारे मेल जिन्ना मिलिया तेरा नाम चित आवे ते फिर वो प्यारे जिहड़े ने सतसंगत विच आके मिले ने ते फिर इत्थे बैठ के नाम ते असी जपांगे ना, नाम नूं आखांगे।
ਸਤਿਗੁਰਾਂ ਨੇ ਕਿਰਪਾ ਕੀਤੀ ਹੈ। ਕੱਤਕ ਮਹੀਨੇ ਦੀ ਜੋ ਸੰਗਰਾਂਦ ਦਾ ਇਹ ਦਿਹਾੜਾ ਮਹਾਰਾਜ ਜੀਆਂ ਨੇ ਅੱਜ ਸਾਨੂੰ ਪ੍ਰਾਪਤ ਕੀਤਾ ਹੈ। ਅੱਜ ਬਖਸ਼ਿਸ਼ ਪ੍ਰਾਪਤ ਹੋਈ ਹੈ। ਵੱਖ ਵੱਖ ਮਹੀਨਿਆਂ ਦੇ ਅੰਦਰ ਗੁਰੂ ਪਾਤਸ਼ਾਹ ਨੇ ਬਾਣੀ ਨੂੰ ਉਚਾਰਿਆ ਹੈ। ਭਾਵੇਂ ਕਿ ਗੁਰੂ ਕੇ ਸਿੱਖ ਨੂੰ ਕਿਸੇ ਦਿਨ ਦੇ ਨਾਲ ਜੁੜਨ ਵਾਸਤੇ ਨਹੀਂ ਮਹਾਰਾਜ ਨੇ ਆਖਿਆ। ਇਹ ਦਿਨ ਤੇ ਇੱਕ ਜਰੀਆ ਨੇ, ਇੱਕ ਸਬੱਬ ਨੇ ਪਰਮਾਤਮਾ ਨਾਲ ਜੁੜਨ ਵਾਸਤੇ। ਅਸਲ ਵਿੱਚ ਅਸੀਂ ਜੁੜਨਾ ਸ਼ਬਦ ਦੇ ਨਾਲ ਹੈ, ਗੁਰੂ ਦੇ ਨਾਲ, ਦਿਨ ਦੇ ਨਾਲ ਨਹੀਂ ਜੁੜਨਾ। ਦਿਨ ਤੇ ਇੱਕ ਸਾਡੇ ਕੋਲ ਮਿਸ ਹੈ, ਇੱਕ ਬਹਾਨਾ ਹੈ ਕਿ ਗੁਰੂ ਨੂੰ ਯਾਦ ਕੀਤਾ ਜਾਵੇ, ਗੁਰੂ ਦੀ ਬਾਣੀ ਨੂੰ ਪੜ੍ਹਿਆ ਜਾਵੇ। ਸਤਿਗੁਰਾਂ ਦੇ ਬਚਨ ਨੇ ਮਹਾ ਦਿਵਸ ਮੂਰਤ ਭਲੇ ਜਿਨ ਕੋ ਨਦਰ ਕਰੇ। ਜਿਨ੍ਹਾਂ ਉੱਪਰ ਉਹਦੀ ਕਿਰਪਾ ਹੈ ਨਾ, ਬਖਸ਼ਿਸ਼ ਹੈ, ਉਹਦੇ ਵਾਸਤੇ ਦਿਨ, ਮਹੀਨਾ, ਸਾਲ, ਘੜੀਆਂ ਸਾਰੀਆਂ ਭਲੀਆਂ, ਸਾਰੀਆਂ ਚੰਗੀਆਂ। ਰੋ ਵਿਚਾਰ, ਅੱਜ ਕੱਤਕ ਦਾ ਮਹੀਨਾ ਸੰਗਰਾਂਦ ਦੇ ਰੂਪ ਦੇ ਵਿੱਚ ਪਹਿਲਾ ਦਿਨ ਸਾਨੂੰ ਪ੍ਰਾਪਤ ਹੋਇਆ। ਆਪ ਸੰਗਤਾਂ ਅੰਮ੍ਰਿਤ ਵੇਲੇ ਤੋਂ ਗੁਰੂ ਦਰਬਾਰ ਵਿੱਚ ਬੈਠ ਕੇ ਗੁਰਬਾਣੀ ਪੜ੍ਹ ਰਹੇ ਹੋ, ਗੁਰਬਾਣੀ ਸਰਵਣ ਕਰ ਰਹੇ ਹੋ। ਸਤਿਗੁਰੂ ਜੀ ਕੀ ਇਸ ਮਹੀਨੇ ਦਾ ਉਪਦੇਸ਼ ਬਖਸ਼ਿਸ਼ ਕਰਦੇ, ਉਹ ਆਪਾਂ ਅੱਜ ਸਰਵਣ ਕਰਾਂਗੇ। ਆਓ ਆਪਣੇ ਮਨ ਦਾ ਧਿਆਨ ਟਿਕਾਓ, ਮਿਲ ਕੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕਤਕ ਕਰਮ ਕਮਾਵਣੈ ਦੋਸ ਨਾ ਕਾਹੂ ਜੋਗ। ਸਾਹਿਬ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਨੇ ਇਹ ਜੋ ਬਾਣੀ ਹੈ ਉਚਾਰਨ ਕੀਤੀ ਹੈ, ਜੋ ਆਪਾਂ ਪਾਠ ਦੇ ਰੂਪ ਦੇ ਵਿੱਚ ਅਤੇ ਕਥਾ ਦੇ ਰੂਪ ਦੇ ਵਿੱਚ ਸਰਵਣ ਕਰਨ ਜਾ ਰਹੇ ਹਾਂ। ਸਿੱਖ ਸੰਗਤਾਂ ਨੇ ਬਾਬਾ ਬੁੱਢਾ ਜੀਆਂ ਦੇ ਸਮੇਤ ਭਾਈ ਗੁਰਦਾਸ ਜੀਆਂ ਨੂੰ ਨਾਲ ਲੈ ਕੇ ਤੇ ਹੋਰ ਵੀ ਜਿਹੜੀਆਂ ਸੰਗਤਾਂ ਨੇ ਗੁਰੂ ਅਰਜਨ ਦੇਵ ਪਾਤਸ਼ਾਹ ਨੂੰ ਬੇਨਤੀ ਕੀਤੀ, ਮਹਾਰਾਜ ਇਹ ਜੋ 12 ਮਹੀਨੇ ਨੇ ਐਸੀ ਬਾਣੀ ਆਪ ਜੀ ਉਚਾਰਨ ਕਰੋ ਜਿਹੜੀ ਅਸੀਂ ਘਰ ਬੈਠੇ ਗੁਰਬਾਣੀ ਦਾ ਪਾਠ ਕਰੀਏ, ਸਾਨੂੰ ਗੁਰਬਾਣੀ ਦੇ ਅਰਥ ਸਮਝ ਆ ਜਾਣ, ਸਾਨੂੰ ਪਤਾ ਲੱਗ ਜਾਵੇ ਕਿ ਇਹ ਮਹੀਨਾ ਕਿਵੇਂ ਬਤੀਤ ਕਰਨਾ, ਸਾਨੂੰ ਕੀ ਕਰਨਾ ਚਾਹੀਦਾ। ਗੁਰੂ ਅਰਜਨ ਦੇਵ ਮਹਾਰਾਜ ਜੀਆਂ ਨੇ ਉਸ ਵੇਲੇ ਬਚਨ ਸੁਣ ਕੇ ਕਹਿਣ ਲੱਗੇ, ਠੀਕ ਹੈ, ਐਸੀ ਬਾਣੀ ਸੁਖੈਨ ਉਚਾਰਨ ਕਰਦੇ ਹਾਂ, ਸੰਗਤਾਂ ਪੜ੍ਹ ਵੀ ਸਕਦੀਆਂ ਅਤੇ ਅਰਥ ਵੀ ਸਮਝ ਸਕਦੀਆਂ। ਹੁਣ ਦੂਜਾ ਸਵਾਲ ਇਹ ਖੜਾ ਹੋ ਜਾਂਦਾ ਵੀ ਇਹ ਬਾਣੀ ਉਚਾਰੀ ਕਿੱਥੇ ਹੈ, ਕਿਸ ਜਗ੍ਹਾ ਦੇ ਉੱਪਰ ਇਸ ਬਾਣੀ ਨੂੰ ਉਚਾਰਿਆ ਹੈ। ਅਤੇ ਗੁਰਮੁਖੋ ਇਸ ਸਵਾਲ ਦਾ ਜਵਾਬ ਸਾਨੂੰ ਇਹ ਪ੍ਰਾਪਤ ਹੋ ਰਿਹਾ ਹੈ। ਸ੍ਰੀ ਹਰਿਮੰਦਰ ਸਾਹਿਬ ਦੇ ਸਰੋਵਰ 'ਚ ਆਪਾਂ ਇਸ਼ਨਾਨ ਕਰਦੇ ਹਾਂ, ਜਿੱਥੇ ਬਚਨ ਨੇ ਡਿੱਠੇ ਸਭੇ ਥਾਵ ਨਹੀਂ ਤੁਧ ਜਿਹਾ। ਉਹ ਜੋ ਪਵਿੱਤਰ ਸਰੋਵਰ ਮਹਾਰਾਜ ਜੀਆਂ ਨੇ ਬਖਸ਼ਿਸ਼ ਕੀਤਾ ਨਾ, ਉਹਦੇ ਬਾਰ-ਬਾਰ ਜਿੱਥੇ ਅੱਜ ਗੁਰਦੁਆਰਾ ਮੰਜੀ ਸਾਹਿਬ ਬਣਿਆ ਹੈ, ਇੱਥੇ ਮਹਾਰਾਜ ਬੈਠੇ ਸਨ ਚੌਂਕੜਾ ਲਾ ਕੇ, ਅਤੇ ਇੱਕੇ ਚੌਂਕੜੇ ਦੇ ਵਿੱਚ ਮਹਾਰਾਜ ਨੇ ਇਸ ਬਾਣੀ ਨੂੰ ਬਖਸ਼ਿਆ ਹੈ। ਬਾਣੀ ਦਾ ਨਾਮ ਰੱਖਿਆ 12 ਮਾਹ, ਅਤੇ ਮਾਹ ਨਾਮ ਮਹੀਨੇ ਦਾ, 12 ਮਹੀਨਿਆਂ ਦਾ ਉਪਦੇਸ਼। ਅਤੇ ਅੱਜ ਦਾ ਜਿਹੜਾ ਮਹੀਨਾ ਹੈ ਇਹ ਸਾਨੂੰ ਕੱਤਕ ਦਾ ਪ੍ਰਾਪਤ ਹੋ ਰਿਹਾ, ਅਤੇ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਇਹਦੇ ਵਿੱਚ ਬਖਸ਼ਿਸ਼ ਕਰਦੇ ਕਿ ਕੱਤਕ ਦਾ ਮਹੀਨਾ ਜਿਹੜਾ ਹੈ, ਕਤਕ ਕਰਮ ਕਮਾਵਣੇ ਦੋਸ ਨਾ ਕਾਹੂ ਜੋਗ। ਇਹ ਕੱਤਕ ਦੇ ਮਹੀਨੇ ਦਾ ਉਪਦੇਸ਼ ਇਹ ਹੈ ਕਿ ਬੰਦਿਆ ਜਿਹੜੇ ਕਰਮ ਨੇ ਨਾ, ਉਹ ਤੂੰ ਹੌਲੀ ਹੌਲੀ ਕਮਾ ਕੇ ਤੇ ਇਕੱਠੇ ਕੀਤੇ ਨੇ। ਪਹਿਲੇ ਸਮੇਂ ਦੇ ਵਿੱਚ ਨਾ ਬੀਬੀਆਂ ਮਾਈਆਂ ਚਰਖਾ ਕੱਤਿਆ ਕਰਦੀਆਂ, ਅੱਜ ਵੀ ਕਈ ਪਿੰਡਾਂ ਵਿੱਚ ਕਈ ਥਾਵਾਂ 'ਤੇ ਰਿਵਾਜ ਹੈ। ਪਰ ਚਰਖਾ ਕਾਹਦੇ ਨਾਲ ਕੱਤਣਾ? ਰੂਈ ਦੇ ਨਾਲ। ਰੂਈ ਚਾਹੀਦੀ ਹੈ। ਰੂੰ ਕਿੱਥੋਂ ਮਿਲੇਗੀ? ਮਿਲੇਗੀ ਕਪਾਹ ਤੋਂ, ਨਰਮੇ ਤੋਂ। ਨਰਮਾ ਕਿੱਥੋਂ ਮਿਲੇਗਾ? ਖੇਤ ਵਿੱਚੋਂ। ਉਹਦੇ ਵਾਸਤੇ ਪਹਿਲਾਂ ਪੈਲੀ ਵਾਹੁਣੀ ਪਵੇਗੀ। ਪੈਲੀ ਵਾਹ ਕੇ ਚੰਗੀ ਤਰ੍ਹਾਂ ਬਣਾ ਕੇ ਫਿਰ ਉਹਦੇ ਵਿੱਚ ਨਰਮਾ ਕਪਾਹ ਬੀਜਿਆ ਜਾਂਦਾ। ਫਿਰ ਉਸ ਕਪਾਹ ਦੀ ਪਾਲਣਾ ਪੋਸ਼ਣਾ ਕੀਤੀ ਜਾਂਦੀ ਹੈ। ਫਿਰ ਉਸ ਨੂੰ ਚੁਗਿਆ ਜਾਂਦਾ ਹੈ। ਫਿਰ ਉਸ ਨੂੰ ਇਕੱਠਾ ਕੀਤਾ ਜਾਂਦਾ ਹੈ। ਫਿਰ ਉਸ ਰੂਈ ਦੇ ਨਾਲ ਚਰਖਾ ਕੱਤ ਕੇ ਪੂਣੀਆਂ ਬਣਦੀਆਂ। ਪੂਣੀਆਂ ਤੋਂ ਬਾਅਦ ਵਿੱਚ ਫਿਰ ਦੋਹਰਾਂ, ਦਰੀਆਂ ਇਤਿਆਦਿਕ ਬਣ ਜਾਂਦੀਆਂ।
ਪਰ ਜਿਹੜਾ ਦਰੀ ਨੂੰ ਵਿਛਾ ਕੇ ਉੱਤੇ ਲੰਮੇ ਪੈਣ ਵਾਲਾ ਨਾ, ਉਹ ਨਹੀਂ ਜਾਣਦਾ ਵੀ ਇਹ ਦਰੀ ਨੂੰ ਮਲ ਲੱਗਿਆ ਕਿੰਨਾ ਟਾਈਮ ਲੱਗਾ। ਆਪਣੇ ਉੱਪਰ ਖੇਸ ਕੋਈ ਚੀਜ਼ ਲਈ ਹੈ, ਕੋਈ ਦੋਹਰਾਂ ਲੈ ਲਈਆਂ ਖੋਲ੍ਹ ਕੇ ਠੰਡ ਤੋਂ ਬਚਣ ਵਾਸਤੇ, ਪਰ ਉਹ ਲੈਣ ਵਾਲਾ ਇਹ ਨਹੀਂ ਜਾਣਦਾ ਵੀ ਇਹ ਬਣੀ ਕਿੰਨੇ ਚਿਰ 'ਚ ਹੈ। ਉਹਨੂੰ ਬਣਾਉਣ ਵਾਸਤੇ ਕਈ ਮਹੀਨੇ ਲੱਗ ਗਏ। ਪਹਿਲਾਂ ਕਿਸਾਨ ਨੂੰ ਮਿਹਨਤ ਕਰਨੀ ਪਈ ਨਰਮਾ ਅਤੇ ਕਪਾਹ ਪੈਦਾ ਕਰਨ ਵਾਸਤੇ। ਫਿਰ ਉਸ ਕਪਾਹ ਦੀਆਂ ਹੌਲੀ ਹੌਲੀ ਪੂਣੀਆਂ ਬਣੀਆਂ। ਸਾਰਾ ਦਿਨ ਚਰਖਾ ਕੱਤਿਆ, ਬਾਹਾਂ ਥੱਕ ਗਈਆਂ, ਚਰਖੇ ਘਸ ਗਏ। ਪੂਣੀਆਂ ਤੋਂ ਅੱਗੇ ਜਾ ਕੇ ਫਿਰ ਜੁਲਾਹੇ ਨੇ ਕਹਿਣ ਲੱਗੇ ਉਸ ਨੂੰ ਤਾਣੀ ਤਣ ਕੇ ਅਤੇ ਦਰੀਆਂ ਵਗੈਰਾ ਚਾਦਰਾਂ ਵਗੈਰਾ ਬਣਾਈਆਂ। ਹੁਣ ਗੁਰਮੁਖੋ ਇਹ ਲੰਮੀ ਪ੍ਰਕਿਰਿਆ ਹੈ, ਫਿਰ ਜਾ ਕੇ ਕਿਤੇ ਕੁਝ ਬਣਿਆ। ਇਸੇ ਤਰ੍ਹਾਂ ਮਹਾਰਾਜ ਕਹਿਣ ਲੱਗੇ ਤੂੰ ਆਪਣੇ ਜੀਵਨ ਦੇ ਵਿੱਚ ਨਾ ਰੋਜ਼ ਕਰਮ ਕਰਦਾ, ਰੋਜ਼ ਕਰਮ, ਅਤੇ ਉਹਨਾਂ ਕਰਮਾਂ ਦਾ ਫਲ ਤੈਨੂੰ ਇੱਕ ਦਿਨ ਆ ਕੇ ਮਿਲਣਾ। ਕਰਦਾ ਤੇ ਰੋਜ਼ ਪਿਆ, ਪਰ ਫਲ ਇੱਕੇ ਦਿਨ। ਜਿਵੇਂ ਦਰੀ ਨੂੰ ਬਣਾਉਂਦਿਆਂ, ਖੇਸ ਨੂੰ ਬਣਾਉਂਦਿਆਂ ਕਈ ਦਿਨ ਲੱਗ ਗਏ। ਕਿੱਥੋਂ ਸ਼ੁਰੂ ਹੋਇਆ ਅਤੇ ਕਦੋਂ ਜਾ ਕੇ ਬਣਿਆ? ਬਣਾਉਂਦਿਆਂ ਤਾਂ ਕਈ ਦਿਨ ਲੱਗ ਗਏ, ਪਰ ਲੈਣ ਲੱਗਿਆਂ ਮਿੰਟ ਹੀ ਲੱਗਾ। ਝਾਟੀ ਵਿਛਾ ਕੇ ਅਤੇ ਉਹਨੂੰ ਲੈ ਲਿਆ। ਇਸੇ ਤਰ੍ਹਾਂ ਕਰਮ ਕਰਦਿਆਂ ਕਈ ਦਿਨ ਲੰਘ ਗਏ, ਪਰ ਜਦੋਂ ਕਰਮ ਇਕੱਠਾ ਹੋ ਗਿਆ ਨਾ, ਉਹਦਾ ਫਲ ਮਿਲਣ ਦਾ ਸਮਾਂ ਇੱਕੇ ਵਾਰੀ ਆ ਜਾਣਾ। ਜਦੋਂ ਸਮਾਂ ਆ ਗਿਆ ਫਿਰ ਤੂੰ ਰੋਣਾ, ਹਾਏ ਇਹ ਮੈਨੂੰ ਕਿਉਂ ਫਲ ਮਿਲਿਆ, ਕਿਉਂ ਸਜ਼ਾ ਮਿਲੀ ਹੈ। ਪਰ ਸਜ਼ਾ ਮਿਲੀ ਹੈ ਤੇਰੇ ਕੀਤੇ ਹੋਏ ਕਰਮ ਦੀ। ਉਹ ਸਜ਼ਾ ਤੈਨੂੰ ਭੁਗਤਣੀ ਵੀ ਪੈਣੀ ਹੈ। ਜੇ ਤੂੰ ਇਹ ਗੱਲ ਕਹੇ ਨਾ, ਜਿਵੇਂ ਅੱਜ ਸਾਡੇ ਵਿੱਚ ਇੱਕ ਰੁਝਾਨ ਬਣਿਆ ਵੀ ਮੇਰੀ ਵੱਡੇ ਵੱਡੇ ਮਨਿਸਟਰਾਂ ਦੇ ਨਾਲ, ਰਾਜਿਆਂ ਦੇ ਨਾਲ, ਅਫਸਰਾਂ ਦੇ ਨਾਲ ਜਾਣ ਪਛਾਣ ਹੈ ਅਤੇ ਮੈਨੂੰ ਕਰਮ ਨਹੀਂ ਭੋਗਣਾ ਪਵੇਗਾ, ਮੈਨੂੰ ਪਾਪ ਦਾ ਫਲ ਨਹੀਂ ਮਿਲੇਗਾ, ਮੈਂ ਬਚ ਜਾਵਾਂਗਾ। ਇਹਦੇ ਵਾਸਤੇ ਤੈਨੂੰ ਇੱਕ ਬੜੀ ਵੱਡੀ ਦੁਨੀਆ ਦੀ ਉਦਾਹਰਨ ਦੇਣ ਲੱਗਿਆ। ਇਹਦੇ ਤੋਂ ਵੱਡੀ ਉਦਾਹਰਨ ਕੋਈ ਹੈ ਨਹੀਂ ਹੈ। ਤੂੰ ਤੇ ਆ ਚਾਰ ਦੁਨੀਆ ਦੇ ਬੰਦੇ ਜਾਣਦਾ ਅਤੇ ਪਾਪ ਕਰਕੇ ਸੋਚਦਾ ਵੀ ਮੈਂ ਬਚ ਜਾਣਾ, ਮੇਰੀ ਵਾਹ ਵੱਲ ਨਹੀਂ ਕੋਈ ਵੇਖ ਸਕਦਾ, ਮੇਰਾ ਤੇ ਕੋਈ ਵਾਲ ਨਹੀਂ ਵਿੰਗਾ ਕਰ ਸਕਦਾ। ਤੇਰੇ ਸਾਹਮਣੇ ਅਸੀਂ ਇਤਿਹਾਸ ਰੱਖਣ ਲੱਗੇ ਹਾਂ ਸਮੁੰਦਰ ਦਾ। ਹੁਣ ਸਮੁੰਦਰ ਵਰਗਾ ਤੇ ਵੱਡਾ ਕੋਈ ਨਹੀਂ ਨਾ ਹੋ ਸਕਦਾ। ਸਮੁੰਦਰ ਬਹੁਤ ਵੱਡਾ ਹੈ। ਉਹਨੂੰ ਵੱਡੇ ਪੁਣੇ ਦਾ ਹੰਕਾਰ ਵੀ ਹੈ ਵੀ ਮੈਂ ਬੜਾ ਵੱਡਾ, ਮੇਰਾ ਕੋਈ ਕੀ ਵਿਗਾੜ ਸਕਦਾ। ਔਰ ਉਸ ਸਮੁੰਦਰ ਦੀ ਰਿਸ਼ਤੇਦਾਰੀ ਵੱਡੇ ਵੱਡੇ ਲੋਕਾਂ ਨਾਲ ਹੈ। ਅਤੇ ਮਹਾਰਾਜ ਨੇ ਬਚਨ ਕੀਤਾ ਗੁਰਬਾਣੀ ਦਾ। ਆਪਾਂ ਇੱਕ ਸ਼ਬਦ ਮਹਾਰਾਜ ਦਾ ਸਰਵਣ ਕਰਦੇ ਹਾਂ। ਦੇਵਤਿਆਂ ਅਤੇ ਦੈਂਤਾਂ ਨੇ ਮਿਲ ਕੇ ਸਮੁੰਦਰ ਨੂੰ ਰਿੜਕਿਆ। ਜਿਵੇਂ ਮਧਾਣੀ ਪਾ ਕੇ ਦੁੱਧ ਰਿੜਕੀਦਾ ਨਾ, ਇਸ ਤਰ੍ਹਾਂ ਮਥਿਆ ਸਮੁੰਦਰ ਨੂੰ, ਅਤੇ ਉਹਦੇ ਵਿੱਚੋਂ 14 ਰਤਨ ਨਿਕਲੇ। ਹੁਣ ਜਿਹਦੇ ਰਤਨ ਨਿਕਲੇ ਨੇ, ਮਾਲਕ ਤਾਂ ਉਹ ਹੈ ਨਾ ਜਿਹਦੇ ਵਿੱਚੋਂ ਨਿਕਲੇ ਸਮੁੰਦਰ ਵਿੱਚੋਂ। ਅਤੇ ਸਮੁੰਦਰ ਨੇ ਸੋਚਿਆ ਵੀ ਮੈਂ ਵੱਡੇ ਵੱਡੇ ਲੋਕਾਂ ਨਾਲ ਰਿਸ਼ਤੇਦਾਰੀ ਪਾ ਲਵਾਂ, ਕੱਲ੍ਹ ਨੂੰ ਮੇਰੇ 'ਤੇ ਔਖਾ ਸਮਾਂ ਆਵੇ, ਵੱਡੇ ਲੋਕ ਮੇਰੀ ਮਦਦ ਕਰਨਗੇ। ਅਤੇ ਮਹਾਰਾਜ ਕਹਿਣ ਲੱਗੇ ਉਹਦੇ ਵਿੱਚੋਂ ਨਿਕਲਿਆ ਅੰਮ੍ਰਿਤ ਸਸੀ ਧੇਨ ਲక్ష్ਮੀ ਕਲਪਤਰ ਸਿਖਰ ਸੁਨਾਦੰ ਨਦੀ ਚੇ ਨਾਥੰ ਕਰਮਕਾਰ। ਅਤੇ ਪਾਤਸ਼ਾਹ ਕਹਿਣ ਲੱਗੇ ਖਾਰ ਮਪੀਠ ਸਰੀ। ਇਹ ਸਾਰੇ ਪਦਾਰਥ ਉਹਦੇ ਵਿੱਚੋਂ ਨਿਕਲੇ। ਹੁਣ ਆਪਾਂ ਇਹਦੇ ਅਰਥ ਸਰਵਣ ਕਰਾਂਗੇ। ਜਿਹੜਾ ਅੰਮ੍ਰਿਤ ਹੈ ਨਾ, ਦੇਵਤਿਆਂ ਨੇ ਪੀਤਾ, ਜਿਹਨੂੰ ਪੀ ਕੇ ਦੇਵਤੇ ਅਮਰ ਹੋ ਗਏ। ਦੇਵਤਿਆਂ ਨੂੰ ਅੰਮ੍ਰਿਤ ਦੇਣ ਵਾਲਾ ਸਮੁੰਦਰ ਹੈ। ਸਮੁੰਦਰ ਦੇ ਵਿੱਚੋਂ ਅੰਮ੍ਰਿਤ ਨਿਕਲਿਆ ਜਿਹੜਾ ਦੇਵਤੇ ਪੀ ਕੇ ਅਮਰ ਹੋ ਗਏ। ਜਿਹੜਾ ਸਮੁੰਦਰ ਦੇਵਤਿਆਂ ਨੂੰ ਅਮਰ ਕਰਦਾ ਹੈ, ਫਿਰ ਦੇਵਤੇ ਉਹਦੇ ਮਿੱਤਰ ਬਣ ਗਏ ਨਾ ਵੀ ਤੂੰ ਸਾਨੂੰ ਅਮਰ ਕੀਤਾ ਅਤੇ ਅਸੀਂ ਤੇਰੇ ਮਿੱਤਰ ਹਾਂ। ਐਡੀ ਵੱਡੀ ਰਿਸ਼ਤੇਦਾਰੀ ਬੰਦੇ ਨੇ ਭਾਲੀ ਹੈ ਵੀ ਦੁਨੀਆ ਦੀਆਂ ਮੇਨ ਤਾਕਤਾਂ ਆਪਣੀਆਂ ਮਿੱਤਰ ਬਣਾ ਲਈਆਂ ਵੀ ਕੱਲ੍ਹ ਨੂੰ ਔਖਾ ਸਮਾਂ ਆਵੇ ਅਤੇ ਮੇਰੇ ਨਾਲ ਖੜ ਜਾਣ। ਹੁਣ ਸਾਡਾ ਤਾਂ ਇੱਕ ਦੇਵਤਾ ਮਿੱਤਰ ਨਹੀਂ, ਉਹਨੇ ਸਾਰੇ ਦੇਵਤੇ ਮਿੱਤਰ ਬਣਾਏ। ਇੱਥੇ ਹੀ ਬਸ ਨਹੀਂ, ਦੂਜਾ ਬਚਨ ਆ ਗਿਆ ਮਹਾਰਾਜ ਜੀਆਂ ਦਾ। ਸਸੀ ਨਾਮ ਗੁਰਮੁਖੋ ਚੰਦਰਮਾ ਦਾ ਹੈ। ਚੰਦਰਮਾ ਵੀ ਕਹਿੰਦੇ ਸਮੁੰਦਰ ਵਿੱਚੋਂ ਨਿਕਲਿਆ। ਅਤੇ ਜਿਹੜਾ ਸਮੁੰਦਰ ਵਿੱਚੋਂ ਨਿਕਲਿਆ ਉਹ ਫਿਰ ਸਮੁੰਦਰ ਦਾ ਪੁੱਤਰ ਹੀ ਹੋ ਗਿਆ ਨਾ। ਸਮੁੰਦਰ ਦੇ ਵਿੱਚੋਂ ਜੰਮਿਆ ਅਤੇ ਸਮੁੰਦਰ ਹੋ ਗਿਆ ਬਾਪ ਅਤੇ ਚੰਦਰਮਾ ਹੋ ਗਿਆ ਪੁੱਤਰ। ਹੁਣ ਚੰਦਰਮਾ ਕਿੱਡਾ ਵੱਡਾ ਦੇਵਤਾ, ਆਕਾਸ਼ ਵਿੱਚ ਚੜ੍ਹਦਾ ਅਤੇ ਪ੍ਰਕਾਸ਼ ਕਰਦਾ। ਐਡੀ ਵੱਡੀ ਰਿਸ਼ਤੇਦਾਰੀ ਚੰਦਰਮਾ ਨਾਲ ਵੀ ਪਾਲੀ ਹੈ, ਬਣਾਈ ਹੈ। ਸਾਡੀਆਂ ਐਡੀਆਂ ਵੱਡੀਆਂ ਰਿਸ਼ਤੇਦਾਰੀਆਂ, ਐਡੀ ਵੱਡੀ ਪਹੁੰਚ ਹੋ ਨਹੀਂ ਸਕਦੀ। ਇੱਥੇ ਬਸ ਨਹੀਂ, ਇਹ ਤਾਂ ਹਾਲੇ 2 ਆਪਾਂ ਬੰਦੇ ਸਰਵਣ ਕੀਤੇ ਜਿਨ੍ਹਾਂ ਨਾਲ ਮਿੱਤਰਤਾ ਪਾਲੀ ਸਮੁੰਦਰ ਨੇ।
ਤੇ ਤੀਜਾ ਬਚਨ ਮਹਾਰਾਜ ਕਰਦੇ ਕਹਿਣ ਲੱਗੇ ਧੇਨ ਨਾਮ ਹੈ ਕਾਮ ਧੇਨ ਗਊ ਦਾ। ਕਾਮ ਧੇਨ ਗਊ ਵੀ ਸਮੁੰਦਰ ਵਿੱਚੋਂ ਨਿਕਲੀ ਤੇ ਉਹ ਵੀ ਸਵਰਗਾਂ ਨੂੰ ਭੇਜ ਦਿੱਤੀ ਵੀ ਜਿੰਨੇ ਸਵਰਗਾਂ ਦੇ 33 ਕਰੋੜ ਦੇਵਤੇ ਨੇ ਮੇਰੇ ਮਿੱਤਰ ਬਣ ਜਾਣ। ਸਾਡਾ ਤੇ ਮਿੱਤਰ ਇੱਕ ਦੋ ਹੋ ਸਕਦਾ, ਸਮੁੰਦਰ ਨੇ 33 ਕਰੋੜ ਦੇਵੀ ਦੇਵਤਾ ਮਿੱਤਰ ਬਣਾ ਲਿਆ ਕਾਮ ਧੇਨ ਗਊ ਦੇ ਕੇ। ਕੱਲ੍ਹ ਨੂੰ ਮੇਰੇ ਤੇ ਬਿਪਤਾ ਪਵੇ ਮੇਰੀ ਮਦਦ ਕਰਨਗੇ। ਅਗਲਾ ਬਚਨ ਮਹਾਰਾਜ ਕਰਦੇ ਲక్ష్ਮੀ, ਜਿਹੜੀ ਭਗਵਾਨ ਵਿਸ਼ਨੂੰ ਦੀ ਘਰਵਾਲੀ ਹੈ ਨਾ ਲక్ష్ਮੀ, ਤੇ ਗ੍ਰੰਥਕਾਰ ਕਹਿੰਦੇ ਵੀ ਨਿਕਲੀ ਉਹ ਵੀ ਸਮੁੰਦਰ ਵਿੱਚੋਂ ਹੀ ਹੈ। ਸਮੁੰਦਰ ਦੀ ਧੀ ਹੈ, ਭਗਵਾਨ ਵਿਸ਼ਨੂੰ ਨਾਲ ਵਿਆਹੀ ਗਈ। ਭਗਵਾਨ ਵਿਸ਼ਨੂੰ ਨੂੰ ਵੱਡਾ ਦੇਵਤਾ ਮੰਨਿਆ ਜਾਂਦਾ ਸਾਰਿਆਂ ਵਿੱਚੋਂ, ਤੇ ਸਮੁੰਦਰ ਨੇ ਆਪਣਾ ਜਵਾਈ ਬਣਾ ਲਿਆ ਵੀ ਜੇ ਕਿਤੇ ਔਖਾ ਸਮਾਂ ਆਵੇ ਤੇ ਜਵਾਈ ਤੇ ਸਹੁਰੇ ਦੇ ਕੰਮ ਆਵੇਗਾ ਹੀ ਨਾ, ਭਾਵੇਂ ਉਹ ਝੂਠਾ ਹੈ ਤੇ ਭਾਵੇਂ ਸੱਚਾ ਹੈ, ਜਵਾਈ ਨੂੰ ਸਹੁਰੇ ਨਾਲ ਖੜਨਾ ਹੀ ਪੈਣਾ। ਆਪਣੀ ਧੀ ਦਾ ਨਾਤਾ ਜੋੜਿਆ, ਧੀ ਦਾ ਰਿਸ਼ਤਾ ਕੀਤਾ, ਵਿਸ਼ਨੂੰ ਨੂੰ ਵੀ ਆਪਣਾ ਰਿਸ਼ਤੇਦਾਰ ਬਣਾ ਲਿਆ। ਰੰਭਾ ਨਾਮ ਦੀ ਇੱਕ ਅਪਸਰਾ ਨਿਕਲੀ ਉਹਦੇ ਵਿੱਚੋਂ, ਤੇ ਇੰਦਰ ਨੂੰ ਦੇ ਕੇ ਸਵਰਗਾਂ ਦਾ ਰਾਜਾ ਇੰਦਰ ਵੀ ਆਪਣਾ ਮਿੱਤਰ ਬਣਾ ਲਿਆ, ਆਪਣਾ ਜਵਾਈ ਬਣਾ ਲਿਆ। ਸਵਰਗਾਂ ਦਾ ਦੇਵਤਾ ਵੀ ਜਵਾਈ ਹੈ, ਭਗਵਾਨ ਵਿਸ਼ਨੂੰ ਵੀ ਜਵਾਈ ਹੈ। ਐਡੀਆਂ ਐਡੀਆਂ ਵੱਡੀਆਂ ਰਿਸ਼ਤੇਦਾਰੀਆਂ ਬਣਾ ਕੇ ਬੈਠਾ। ਮਨ ਵਿੱਚ ਮਾਣ ਹੈ ਵੀ ਹੁਣ ਮੇਰਾ ਕੋਈ ਕੁਝ ਨਹੀਂ ਵਿਗਾੜ ਸਕਦਾ। ਗੁਰਮੁਖੋ ਇੱਥੇ ਹੀ ਬਸ ਨਹੀਂ। ਫਿਰ ਕਲਪਤਰ ਇੱਕ ਕਲਪ ਬ੍ਰਿਸ਼ ਵੀ ਨਿਕਲਿਆ। ਕਲਪ ਬ੍ਰਿਸ਼ ਕਲਪਨਾ ਪੂਰੀਆਂ ਕਰਨ ਵਾਲਾ ਰੁੱਖ ਨਿਕਲਿਆ। ਉਹ ਵੀ ਦੇਵਤਿਆਂ ਨੂੰ ਦਿੱਤਾ, ਜਾਓ ਦੇਵਤਿਓ ਲੈ ਜਾਓ, ਜੋ ਤੁਹਾਨੂੰ ਚਾਹੀਦਾ ਨਾ ਇਹਦੇ ਥੱਲੇ ਖੜ ਕੇ ਮੰਗਿਆ ਕਰੋ ਤੇ ਤੁਹਾਨੂੰ ਦੇਵੇਗਾ। ਦੇਵਤੇ ਲੈ ਗਏ, ਕਲਪ ਬ੍ਰਿਸ਼ ਵੀ ਦਾਨ ਦਿੱਤਾ। ਤੇ ਮਹਾਰਾਜ ਕਹਿਣ ਲੱਗੇ ਉਹਦੇ ਵਿੱਚੋਂ ਫਿਰ ਨਿਕਲਿਆ ਸਿਖਰ ਸੁਨਾਗਰ। ਤੇ ਸਿਖਰ ਨਾਮ ਗੁਰਮੁਖੋ ਘੋੜੇ ਦਾ, 7 ਮੂੰਹਾਂ ਵਾਲਾ ਘੋੜਾ ਸਮੁੰਦਰ ਵਿੱਚੋਂ ਨਿਕਲਿਆ। ਸਾਰਿਆਂ ਤੋਂ ਵੱਡੇ ਦੇਵਤੇ ਸੂਰਜ ਨੂੰ ਦਿੱਤਾ, ਲੈ ਤੂੰ ਆ ਘੋੜਾ ਮੇਰੇ ਕੋਲੋਂ ਲੈ, ਇਹਦੇ ਤੇ ਸਵਾਰੀ ਕਰਿਆ ਕਰ। ਮਨ ਵਿੱਚ ਇਹ ਹੈ ਵੀ ਬਿਪਤਾ ਪਵੇਗੀ ਸੂਰਜ ਮੇਰੇ ਕੋਲ ਖੜੇਗਾ। ਆਪਾਂ ਵੀ ਦਿੰਦੇ ਨਾ ਵੱਡੇ ਵੱਡੇ ਰਾਜਿਆਂ ਨੂੰ, ਅਫਸਰਾਂ ਨੂੰ ਲੋਕੀ ਗਿਫਟ ਦਿੰਦੇ, ਉਹਨਾਂ ਦੇ ਜਨਮ ਦਿਨ ਤੇ ਉਹਨਾਂ ਦੇ ਪੁੱਤਰ ਧੀਆਂ ਦੀਆਂ ਸ਼ਾਦੀਆਂ ਹੋਣ ਤੇ ਲੋਕੀ ਬੜਾ ਕੋਈ ਥੱਲੇ ਵਾਲੇ ਨਿੱਕੇ ਅਫਸਰ ਵਿਚਾਰੇ ਲੈ ਕੇ ਜਾਂਦੇ ਵੀ ਕੱਲ੍ਹ ਨੂੰ ਬਿਪਤਾ ਖੜੀ ਹੋਵੇਗੀ ਤੇ ਸਾਡੇ ਨਾਲ ਇਹ ਖੜੇਗਾ। ਦੁਨੀਆ ਦੇ ਲੋਕ ਤੇ ਅੱਜ ਕਰਦੇ ਪਏ, ਸਮੁੰਦਰ ਨੇ ਪਹਿਲਾਂ ਹੀ ਕਰ ਛੱਡਿਆ। ਕਹਿਣ ਲੱਗੇ ਵੀ ਉਹ ਘੋੜਾ ਸੂਰਜ ਨੂੰ ਦਿੱਤਾ ਵੀ ਤੂੰ ਮੇਰਾ ਮਿੱਤਰ ਬਣ ਜਾ। ਤੇ ਗੁਰਮੁਖੋ ਸੁਨਾਗਰ ਨਾਮ ਹੈ ਜਿਹੜਾ ਵੈਦ ਹੋਇਆ ਨਾ, ਧਨੰਤਰ ਵੈਦ, ਬਿਮਾਰੀਆਂ ਦਾ ਇਲਾਜ ਕਰਨ ਵਾਲਾ, ਉਹ ਵੀ ਪਾਣੀ ਵਿੱਚੋਂ ਸਮੁੰਦਰ ਵਿੱਚੋਂ ਨਿਕਲਿਆ। ਵੈਦ ਨੂੰ ਵੀ ਉਹਨੇ ਪੈਦਾ ਕੀਤਾ ਹੈ। ਐਰਾਵਤ ਹਾਥੀ ਨਿਕਲਿਆ ਪਾਣੀ ਦੇ ਵਿੱਚੋਂ, ਉਹ ਵੀ ਇੰਦਰ ਨੂੰ ਦਿੱਤਾ। ਕਹਿਣ ਤੋਂ ਭਾਵ ਵੀ ਸਮੁੰਦਰ ਦੀਆਂ ਇਹ ਸਾਰੀਆਂ ਰਿਸ਼ਤੇਦਾਰੀਆਂ ਨੇ, ਕਿਸੇ ਨੂੰ ਜਵਾਈ ਬਣਾ ਲਿਆ, ਕਿਸੇ ਨੂੰ ਮਿੱਤਰ ਬਣਾ ਲਿਆ, ਕਿਸੇ ਨੂੰ ਵੈਸੇ ਗਿਫਟ ਦੇ ਕੇ ਆਪਣੇ ਵੱਲ ਕਰ ਲਿਆ ਵੀ ਕੱਲ੍ਹ ਨੂੰ ਮੇਰੇ ਤੇ ਬਿਪਤਾ ਕੋਈ ਪੈ ਜਾਵੇ, ਕੋਈ ਸੰਕਟ ਪੈ ਜਾਵੇ ਤੇ ਮੇਰੀ ਮਦਦ ਵਾਸਤੇ ਤੁਸੀਂ ਆ ਜਾਇਓ। ਤੇ ਸਾਰਿਆਂ ਨੇ ਆਖਿਆ ਵੀ ਫਿਕਰ ਨਾ ਕਰ, ਪਹਿਲੀ ਤੇ ਗੱਲ ਵੀ ਤੇਰੇ ਤੇ ਬਿਪਤਾ ਪੈਂਦੀ ਨਹੀਂ, ਤੇ ਜੇ ਪੈ ਗਈ ਤੇ ਫਿਰ ਅਸੀਂ ਕਾਹਦੇ ਵਾਸਤੇ ਆ, ਝੱਟ ਮਦਦ ਵਿੱਚ ਪਹੁੰਚਾਂਗੇ। ਹੁਣ ਗੁਰਮੁਖੋ ਸਮੁੰਦਰ ਹੈ ਹੀ ਬੜਾ ਵੱਡਾ। ਇੱਕ ਤੇ ਵੱਡੇ ਪੁਣੇ ਦਾ ਆਪਣਾ ਮਾਣ ਹੈ ਵੀ ਮੇਰੇ ਵਰਗਾ ਹੈ ਕੋਈ ਨਹੀਂ, ਤੇ ਦੂਜੇ ਪਾਸੇ ਰਿਸ਼ਤੇਦਾਰੀਆਂ ਪ੍ਰਾਹੁਣਾਚਾਰੀਆਂ ਬੜੀਆਂ ਵੱਡੀਆਂ ਨੇ। ਹੋਰ ਮਾਣ ਹੈ ਵੀ ਇਹਨਾਂ ਨੇ ਮੇਰਾ ਵਾਲ ਨਹੀਂ ਵਿੰਗਾ ਹੋਣ ਦੇਣਾ। ਇਹ ਮਾਣ ਮਨ ਵਿੱਚ ਰੱਖਿਆ ਤੇ ਕਹਿਣ ਲੱਗੇ ਵੀ ਸਮੁੰਦਰ ਦੇ ਕਿਨਾਰੇ ਤੇ ਰਿਖੀ ਰਹਿੰਦੇ, ਸਾਧੂ ਰਹਿੰਦੇ ਕੁਟੀਆ ਬਣਾ ਕੇ। ਇੱਕ ਦਿਨ ਸਾਧੂਆਂ ਦੇ ਮਨ ਵਿੱਚ ਵਿਚਾਰ ਆਈ ਵੀ ਆਪਾਂ ਵੱਡਾ ਇੱਕ ਜੱਗ ਕਰੀਏ ਤੇ ਜੱਗ ਕਰਕੇ ਆਪਣਾ ਸਾਰੇ ਜਾਣੇ ਮੰਤਰ ਪੜ੍ਹੀਏ, ਆਪਣਾ ਜੀਵਨ ਸਫਲਾ ਕਰੀਏ। ਹੁਣ ਜੱਗ ਕਰਨ ਵਾਸਤੇ ਗੁਰਮੁਖੋ ਪ੍ਰਬੰਧ ਕਰਨਾ ਐਡਾ ਵੱਡਾ ਬੜਾ ਜ਼ਰੂਰੀ ਹੈ। ਸਾਰਿਆਂ ਦੀ ਡਿਊਟੀ ਲੱਗ ਗਈ ਵੀ ਫਲਾਣੇ ਬੰਦੇ ਨੇ ਆਹ ਕੰਮ ਕਰਨਾ, ਫਲਾਣੇ ਦੇਵਤੇ ਨੇ ਆਹ ਕੰਮ ਕਰਨਾ। ਇਹ ਜੱਗ ਦੇ ਵਿੱਚ ਸਾਰਿਆਂ ਨੇ ਆਪੋ ਆਪਣਾ ਯੋਗਦਾਨ ਪਾਉਣਾ। ਤੇ ਜਦੋਂ ਆਈ ਨਾ ਸਮੁੰਦਰ ਦੀ ਵਾਰੀ ਵੀ ਇਹਨੂੰ ਕੀ ਕੰਮ ਦਈਏ, ਤੇ ਰਿਖੀ ਕਹਿਣ ਲੱਗੇ ਵੀ ਸਮੁੰਦਰ ਪਾਣੀ ਦਾ ਦੇਵਤਾ ਹੈ, ਇਹਨੂੰ ਡਿਊਟੀ ਪਾਣੀ ਦੀ ਦੇ ਦਿਓ ਵੀ ਤੂੰ ਸਾਰਿਆਂ ਦਾ ਪਾਣੀ ਭਰਨਾ, ਤੇਰੀ ਪਾਣੀ ਭਰਨ ਦੀ ਸੇਵਾ ਹੈ ਵੀ ਤੂੰ ਪਾਣੀ ਦਾ ਦੇਵਤਾ, ਤੇ ਤੂੰ ਪਾਣੀ ਭਰਦੀ ਜੱਗ ਦੇ ਵਿੱਚ ਜਦੋਂ ਪਾਣੀ ਦੀ ਲੋੜ ਪਵੇ। ਜਦੋਂ ਇਹ ਗੱਲ ਕਹੀ ਨਾ ਤੇ ਨੱਕ ਵੱਟਿਆ, ਕਹਿਣ ਲੱਗਾ ਹੂੰ ਮੈਂ ਐਡਾ ਵੱਡਾ ਸਮੁੰਦਰ, ਐਡੀਆਂ ਵੱਡੀਆਂ ਰਿਸ਼ਤੇਦਾਰੀਆਂ, ਮੈਂ ਕੋਈ ਗੋਲਾ ਥੋੜ੍ਹੀ ਹਾਂ ਵੀ ਤੁਹਾਡਾ ਪਾਣੀ ਭਰਦਾ ਫਿਰਾਂ। ਪਾਣੀ ਤੇ ਭਰਦੇ ਨੌਕਰ, ਗਰੀਬ, ਚਾਕਰ,
ਜਿਨ੍ਹਾਂ ਨੂੰ ਝੀਵਰ ਕਿਹਾ ਜਾਂਦਾ, ਜਿਨ੍ਹਾਂ ਨੂੰ ਨੀਵੇਂ ਕਿਹਾ ਜਾਂਦਾ। ਪਾਣੀ ਤੇ ਉਹ ਭਰਦੇ, ਮੈਂ ਕਿਉਂ ਪਾਣੀ ਭਰਾਂ? ਮੈਂ ਤੇ ਏਡਾ ਵੱਡਾ ਸਮੁੰਦਰ, ਵੱਡਾ ਦੇਵਤਾ। ਤੇ ਰਹਿੰਦੀ ਗੱਲ ਇਹ ਆ ਵੀ ਮੇਰੀਆਂ ਰਿਸ਼ਤੇਦਾਰੀਆਂ ਬੜੀਆਂ ਵੱਡੀਆਂ, ਪ੍ਰਾਹੁਣਚਾਰੀ ਬੜੀ ਵੱਡੀ ਹੈ, ਮੇਰੀ ਜਾਣ ਪਛਾਣ ਬਣੀ ਹੈ, ਸਾਰੇ ਦੇਵਤੇ ਮੈਨੂੰ ਜਾਣਦੇ, ਮੈਂ ਪਾਣੀ ਭਰਾਂ। ਵੱਡੇ ਪੁਣੇ ਦਾ ਹੰਕਾਰ ਹੈ। ਮੰਨੀ ਨਹੀਂ ਗੱਲ, ਕਹਿਣ ਲੱਗਾ ਨਹੀਂ, ਇਹ ਪਾਣੀ ਭਰਨ ਵਾਲਾ ਕੰਮ ਮੇਰੇ ਤੋਂ ਨਹੀਂ, ਨਾ ਮੈਂ ਕਰਨਾ। ਕੁਝ ਰਿਖੀਆਂ ਨੂੰ ਗੁੱਸਾ ਆ ਗਿਆ ਇਹ ਗੱਲ ਸੁਣ ਕੇ ਵੀ ਸਾਰਿਆਂ ਦੀ ਡਿਊਟੀ ਲੱਗੀ ਹੈ, ਤੇਰੀ ਵੀ ਲੱਗ ਗਈ ਹੈ। ਇਹ ਤੇ ਗੁਰੂ ਨਾਨਕ ਸਾਹਿਬ ਦਾ ਹੀ ਘਰ ਏਡਾ ਵੱਡਾ ਹੈ ਜਿੱਥੇ ਭਾਈ ਛੱਜੂ ਝੀਵਰ ਵਰਗੇ ਆਪ ਪਾਣੀ ਭਰ ਭਰ ਕੇ ਸੇਵਾ ਕਰਦੇ ਪਏ, ਜਿੱਥੇ ਭਾਈ ਕਨ੍ਹਈਆ ਜੀ ਵਰਗੇ ਮੰਗ ਕੇ ਸੇਵਾ ਲੈਂਦੇ ਪਏ, ਜਿੱਥੇ ਭਾਈ ਮੇਹਾਂ ਜੀ ਵਰਗੇ ਮੰਗ ਕੇ ਸੇਵਾ ਲੈਂਦੇ ਪਏ। ਪਾਣੀ ਭਰਨ ਦੀ ਸੇਵਾ ਨੂੰ ਦੁਨੀਆ ਨੇ ਆਖਿਆ ਬੜੀ ਨੀਵੀਂ ਹੈ, ਤੇ ਪਾਣੀ ਭਰਨ ਦੀ ਸੇਵਾ ਧੰਨ ਗੁਰੂ ਅਮਰਦਾਸ ਪਾਤਸ਼ਾਹ ਨੇ ਆਪ ਲੈ ਲਈ। ਆਪਣੇ ਕੁੜਮ ਸਤਿਗੁਰੂ ਨੂੰ ਬੇਨਤੀ ਕਰਕੇ, ਮਹਾਰਾਜ ਮੈਂ ਤੁਹਾਡੇ ਘਰ ਦਾ ਪਾਣੀ ਭਰਿਆ ਕਰਾਂਗਾ। ਐਵੇਂ ਨਹੀਂ ਆਖਿਆ ਜਾਂਦਾ, ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣ ਆਵੇ। ਸਾਰੇ ਜਾਣੇ ਮਿਲ ਕੇ ਆਖੀਏ, ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣ ਆਵੇ। ਇਹ ਐਵੇਂ ਨਹੀਂ ਕਿਹਾ ਜਾਂਦਾ, ਇਹਦੇ ਵਿੱਚ ਤੱਤ ਹੈ, ਇਹਦੇ ਵਿੱਚ ਡੂੰਘਾਈ ਹੈ, ਇਹਦੇ ਵਿੱਚ ਸਿਧਾਂਤ ਹੈ। ਰਿਸ਼ਤੇਦਾਰੀ ਤੇ ਗੁਰੂ ਅਮਰਦਾਸ ਪਾਤਸ਼ਾਹ ਦੀ ਵੀ ਵੱਡੀ ਹੈ, ਉਮਰਾਂ ਦੇ ਵਿੱਚ ਵੀ ਵੱਡੇ ਤੇ ਰਿਸ਼ਤੇਦਾਰੀ ਦੋਨਾਂ ਪਾਸਿਓਂ ਵੱਡੇ। ਪਰ ਜਦੋਂ ਸੇਵਾ ਲੈਣ ਦੀ ਗੱਲ ਆਈ ਤੇ ਆਖਿਆ ਮੈਨੂੰ ਸਭ ਤੋਂ ਨੀਵਿਆਂ ਵਾਲਾ ਕੰਮ, ਪਾਣੀ ਭਰਨ ਦਾ ਕੰਮ ਮੈਨੂੰ ਦੇ ਦਿਓ। ਇਹ ਗੁਰੂ ਘਰ ਦੀ ਮਰਿਆਦਾ ਹੈ, ਇਹ ਗੁਰੂ ਘਰ ਦੀ ਨਿਮਰਤਾ ਹੈ। ਧੰਨ ਗੁਰੂ ਅਮਰਦਾਸ ਨੇ ਸੇਵਾ ਲਈ, ਭਾਈ ਮੇਹਾਂ ਜੀ ਨੇ, ਭਾਈ ਕਨ੍ਹਈਆ ਜੀ, ਭਾਈ ਛੱਜੂ ਝੀਵਰ ਵਰਗੇ ਇਤਿਹਾਸ ਦੇ ਬਚਨ ਆਪਾਂ ਤਾਂ ਸਾਂਝੇ ਕੀਤੇ। ਪਰ ਸਮੁੰਦਰ ਨੂੰ ਪਾਣੀ ਭਰਨ ਵਾਸਤੇ ਆਖਿਆ, ਕਹਿਣ ਲੱਗਾ ਮੈਂ ਕਿਉਂ ਭਰਾਂ, ਮੈਂ ਤੇ ਏਡਾ ਵੱਡਾ। ਕੁਝ ਰਿਖੀਆਂ ਨੇ ਗੁੱਸਾ ਕੀਤਾ, ਕੁਝ ਵਿੱਚ ਸ਼ਾਂਤੀ ਸੁਭਾਅ ਵਾਲੇ ਕਹਿਣ ਲੱਗੇ ਕੋਈ ਗੱਲ ਨਹੀਂ, ਨਹੀਂ ਮੰਨਦਾ ਤੇ ਉਹਦੀ ਮਰਜ਼ੀ ਹੈ। ਪਰ ਜਦੋਂ ਬੰਦੇ ਕੋਲ ਤਾਕਤ ਹੁੰਦੀ ਹੈ ਨਾ, ਉਹਦਾ ਫਿਰ ਸ਼ਰਾਰਤ ਕਰਨ ਨੂੰ ਵੀ ਜੀ ਕਰਦਾ ਵੀ ਮੇਰਾ ਕਿਸੇ ਨੇ ਕੀ ਵਿਗਾੜਨਾ। ਆਪਾਂ ਆਮ ਹੀ ਕਹਿ ਦਿੰਦੇ ਜਿਹਦੇ ਘਰੇ ਦਾਣੇ ਉਹਦੇ ਕਮਲੇ ਵੀ ਸਿਆਣੇ। ਦਾਣਿਆਂ ਤੋਂ ਭਾਵ ਇਹ ਆ ਵੀ ਜਿਹਦੇ ਕੋਲ ਪਹੁੰਚ ਹੈ ਨਾ, ਪੈਸਾ ਧੇਲਾ, ਕੋਈ ਚਾਰ ਬੰਦਿਆਂ ਨਾਲ ਜਾਣ ਪਛਾਣ ਹੈ, ਉਹ ਭਾਵੇਂ ਨਖਿੱਧ ਕੰਮ ਕਮਲਾ ਵੀ ਕਰੇ, ਦੁਨੀਆ ਐਵੇਂ ਹੀ ਵਾਹ ਵਾਹ ਉਹਦੇ ਮਗਰ ਕਰ ਛੱਡਦੀ, ਚਾਪਲੂਸੀ ਕਰਨੀ ਹੈ। ਸਮੁੰਦਰ ਨੂੰ ਸ਼ਰਾਰਤ ਸੁੱਝ ਗਈ, ਮਨ ਵਿੱਚ ਗੁੱਸਾ ਵੀ ਆਇਆ ਵੀ ਇਹ ਲੋਕ ਮੰਗ ਕੇ ਲੋਕਾਂ ਘਰੋਂ, ਜਿਹੜੇ ਰਿਖੀ ਨੇ ਲੋਕਾਂ ਘਰੋਂ ਦਾਣਾ ਦਾਣਾ ਮੰਗ ਕੇ ਲੈ ਕੇ ਆਉਂਦੇ, ਝੋਲੀ ਵਿੱਚ ਪਵਾਉਂਦੇ, ਫਿਰ ਰੋਟੀ ਖਾਂਦੇ। ਮੇਰੇ ਵਰਗੇ ਬਾਦਸ਼ਾਹ ਨੂੰ ਕਹਿੰਦੇ ਪਾਣੀ ਭਰ। ਇਹਨਾਂ ਦੀ ਮੱਤ ਮਾਰੀ ਗਈ ਹੈ, ਮੈਂ ਐਡਾ ਵੱਡਾ ਦੇਵਤਾ ਮੰਗ ਕੇ ਖਾਣ ਵਾਲੇ। ਤੇ ਰਾਤ ਨੂੰ ਨਾ ਮਸ਼ਕਰੀ ਕਰਨ ਵਾਸਤੇ ਸਮੁੰਦਰ ਦਾ ਪਾਣੀ ਚੜ੍ਹਿਆ, ਇੱਕੇ ਵਾਰੀ ਚੜ੍ਹਿਆ ਤੇ ਸਾਰੇ ਰਿਖੀਆਂ ਦੀਆਂ ਝੌਂਪੜੀਆਂ ਝੁੱਗੀਆਂ ਜਿਹੜੀਆਂ ਕਿਨਾਰੇ 'ਤੇ ਬਣੀਆਂ ਸੀ, ਰੋੜ ਕੇ ਪਰੇ ਸੁੱਟ ਦਿੱਤੀਆਂ। ਲੱਭੀਆਂ ਇਹਨਾਂ ਸਵੇਰ ਚੜ੍ਹਦੇ ਨੂੰ ਵੀ ਕਿੱਧਰ ਚਲੇ ਗਈਆਂ। ਕੋਈ ਤੇ ਵਿਚਾਰੇ ਰਿਖੀ ਮਰ ਗਏ ਪਾਣੀ ਦੇ ਵਿੱਚ ਡੁੱਬ ਕੇ, ਕੁਝ ਜਿਹੜੇ ਰੁੱਖਾਂ ਰਾਖਾਂ 'ਤੇ ਚੜ੍ਹ ਗਏ, ਕਿਤੇ ਕੁਝ ਫਟੜ 'ਤੇ ਜ਼ਖਮੀ ਹੋ ਗਏ ਤੇ ਕੁਝ ਬਚ ਵੀ ਗਏ। ਪਹਿਲੀ ਤੇ ਗੱਲ ਹੈ ਵੀ ਵੱਡਾ ਹੋਣ ਕਰਕੇ ਬਚਨ ਨਹੀਂ ਮੰਨਿਆ ਵੀ ਪਾਣੀ ਕਿਉਂ ਭਰਾਂ। ਦੂਜੀ ਸ਼ਰਾਰਤ ਇਹ ਕੀਤੀ ਵੀ ਤੁਸੀਂ ਮੰਗ ਕੇ ਖਾਣ ਵਾਲੇ ਤੇ ਮੈਂ ਰਾਜਾ, ਮੈਨੂੰ ਹੁਕਮ ਦਿੰਦੇ ਹੋ, ਲਿਆਓ ਤੁਹਾਨੂੰ ਮੈਂ ਰੋੜ ਦਿਆਂਗਾ, ਕਰੋ ਜੋ ਤੁਸੀਂ ਮੇਰਾ ਕਰਨਾ। ਤੇ ਜਿਹੜੇ ਬਚੇ ਖੁਚੇ ਰਿਖੀ ਸਨ ਸਵੇਰੇ ਇਕੱਠੇ ਹੋਏ ਤਾਂ ਉਹਨਾਂ ਨੇ ਆਖਿਆ ਵੀ ਇਹ ਸਮੁੰਦਰ ਨੇ ਬੜਾ ਮਾੜਾ ਕੰਮ ਕੀਤਾ, ਇਹ ਸਾਧੂ ਸੰਤਾਂ ਨੂੰ ਇਹਨੇ ਮਾਰਿਆ, ਇਹਨੂੰ ਸਜ਼ਾ ਦੇਣੀ ਚਾਹੀਦੀ ਹੈ। ਕੁਝ ਆਖਣ ਲੱਗੇ ਵੀ ਕੋਈ ਗੱਲ ਨਹੀਂ ਰਹਿਣ ਦਿਓ, ਕੁਝ ਆਖਦੇ ਕਿਉਂ ਰਹਿਣ ਦਈਏ, ਅੱਜ ਇਹਨੂੰ ਸਜ਼ਾ ਨਾ ਦਿੱਤੀ ਕੱਲ੍ਹ ਨੂੰ ਹੋਰ ਵੀ ਕੋਈ ਇਸੇ ਤਰ੍ਹਾਂ ਕਰੇਗਾ, ਸਜ਼ਾ ਮਿਲਣੀ ਚਾਹੀਦੀ ਹੈ। ਤੇ ਕਹਿਣ ਲੱਗੇ ਫਿਰ ਉਹਨਾਂ ਰਿਖੀਆਂ ਦੇ ਵਿੱਚ ਨਾ ਇੱਕ ਅਗਸਤ ਨਾਮ ਦਾ ਮੁਨੀ ਹੈ, ਮੁਨੀ ਦਾ ਨਾਮ ਸੀ ਅਗਸਤ ਮੁਨੀ। ਹਿੰਦੂ ਧਾਰਮਿਕ ਸ਼ਾਸਤਰਾਂ ਦੇ ਵਿੱਚ ਸਾਖੀ ਲਿਖੀ ਹੈ। ਉਹਨੇ ਫਿਰ ਗੁੱਸੇ ਦੇ ਨਾਲ ਆ ਕੇ ਆਪਣਾ ਸਰੀਰ ਐਡਾ ਵੱਡਾ ਕੀਤਾ, ਕਹਿਣ ਲੱਗਾ ਜਿਸ ਵੱਡੇ ਪੁਣੇ ਦਾ ਤੂੰ ਮਾਣ ਕਰਦਾ ਨਾ ਵੀ ਮੈਂ ਸਮੁੰਦਰ ਤੇ ਮੇਰੇ ਵਿੱਚ ਪਾਣੀ ਬੜਾ, 2.5 ਚੁਲੀਆਂ ਦੇ ਵਿੱਚ ਸਾਰੇ ਦਾ ਸਾਰਾ ਸਮੁੰਦਰ ਦਾ ਪਾਣੀ ਪੀ ਕੇ ਸਮੁੰਦਰ ਵਿਹਲਾ ਕਰ ਦਿੱਤਾ। ਕਹਿਣ ਲੱਗਾ ਜਾ ਜੋ ਕਰਨਾ ਕਰ। ਜਦੋਂ ਸਮੁੰਦਰ ਦਾ ਪਾਣੀ ਘਟਿਆ ਤੇ ਸਮੁੰਦਰ ਸੁੱਕਿਆ ਤੇ ਉਹ ਜੀਵ ਵਿਚਾਰੇ ਤੜਫਣ ਲੱਗ ਪਏ। ਹੁਣ 42 ਲੱਖ ਜੂਨਾਂ ਤੇ ਪਾਣੀ ਵਿੱਚ ਨਿਵਾਸ ਕਰਦੀਆਂ ਤੇ ਉਹ ਜੀਵ ਵਿਚਾਰੇ ਤੜਫਣ ਲੱਗ ਪਏ। ਉਹਨਾਂ ਨੇ ਰੱਬ ਦੇ ਅੱਗੇ ਹਾਹਾਕਾਰ ਕੀਤੀ, ਰੱਬਾ ਸਾਡਾ ਕੀ ਕਸੂਰ ਹੈ, ਰੋੜਿਆ ਤੇ ਸਮੁੰਦਰ ਨੇ ਹੈ, ਸਜ਼ਾ ਤੇ ਸਮੁੰਦਰ ਨੂੰ ਦਿਓ, ਸਾਡਾ ਥੋੜ੍ਹੀ ਕਸੂਰ ਹੈ, ਸਾਨੂੰ ਕਿਉਂ ਮਾਰਦੇ ਪਏ। ਤੇ ਰਿਖੀਆਂ ਮੁਨੀਆਂ ਨੇ ਵੀ ਉਸ ਵੇਲੇ ਆਖਿਆ ਅਗਸਤ ਮੁਨੀ ਨੂੰ, ਅਗਸਤ ਜੀ ਮਾफ़ ਕਰ ਦਿਓ, ਐਡੀ ਵੱਡੀ ਸਜ਼ਾ ਨਾ ਦਿਓ ਕਿ ਬੰਦੇ ਦਾ ਵਜੂਦ ਹੀ ਖਤਮ ਹੋ ਜਾਵੇ।
ਸਜ਼ਾ ਥੋੜ੍ਹੀ ਛੋਟੀ ਕਰ ਦਿਓ ਪਰ ਜੀਵਨ ਦੇ ਦਿਓ। ਜੇ ਇਹਨੇ ਗਲਤੀ ਕੀਤੀ ਆ, ਸਮੁੰਦਰ ਨੇ ਵੀ ਹੱਥ ਜੋੜ ਕੇ ਮਾफ़ੀ ਮੰਗੀ ਵੀ ਮੇਰੇ ਕੋਲੋਂ ਗੁਨਾਹ ਹੋ ਗਿਆ, ਮੈਨੂੰ ਮਾफ़ ਕਰੋ। ਤੇ ਜਦੋਂ ਮਾਫੀਆਂ ਮੰਗੀਆਂ ਨਾ, ਤੇ ਫਿਰ ਅਗਸਤ ਜੀ ਨੇ ਆਖਿਆ ਵੀ ਸਮੁੰਦਰ ਪੀ ਤੇ ਲਿਆ ਮੈਂ, ਪਰ ਪੀਤਾ ਗਿਆ ਪਾਣੀ ਹੁਣ ਪਿਸ਼ਾਬ ਦੇ ਰਾਹੀਂ ਬਾਹਰ ਕੱਢਾਂਗਾ। ਤੇ ਪਿਸ਼ਾਬ ਦੇ ਰਾਹੀਂ ਫਿਰ ਬਾਹਰ ਕੱਢਿਆ ਤੇ ਉਹ ਪਾਣੀ ਹੋ ਗਿਆ ਖਾਰਾ। ਖਾਰਾ ਪਾਣੀ ਹੋਣ ਕਰਕੇ ਹੁਣ ਭੱਜਾ ਆਪਣੇ ਜਵਾਈ ਦੇ ਕੋਲ ਗਿਆ, ਵਿਸ਼ਨੂੰ ਜੀ ਦੇ ਕੋਲ ਗਿਆ, ਕਹਿਣ ਲੱਗਾ ਜੀ ਮੈਂ ਤੇ ਖਾਰਾ ਹੋ ਗਿਆ, ਮੈਨੂੰ ਮਿੱਠਾ ਕਰੋ। ਉਹ ਕਹਿਣ ਲੱਗੇ ਅਸੀਂ ਮਿੱਠਾ ਨਹੀਂ ਕਰ ਸਕਦੇ, ਤੂੰ ਕਰਮ ਕੀਤਾ ਤੇ ਕਰਮ ਤੈਨੂੰ ਭੋਗਣਾ ਪੈਣਾ। ਚਲਾ ਗਿਆ ਇੰਦਰ ਦੇਵਤੇ ਦੇ ਕੋਲ, ਤੁਸੀਂ ਜੀ ਸਵਰਗਾਂ ਦੇ ਰਾਜੇ ਹੋ, ਮੇਰਾ ਪਾਣੀ ਖਾਰਾ ਮਿੱਠਾ ਕਰ ਦਿਓ। ਕਹਿਣ ਲੱਗੇ ਮੈਂ ਨਹੀਂ ਕਰ ਸਕਦਾ, ਇਹ ਤੇਰਾ ਕਰਮ ਹੈ, ਇਹ ਭੋਗਣਾ ਪਵੇਗਾ। ਕਦੇ ਸੂਰਜ ਕੋਲ ਜਾਂਦਾ ਹੈ, ਕਦੇ ਚੰਦਰਮਾ ਕੋਲ ਜਾਂਦਾ ਹੈ, ਕਦੇ ਆਪਣੀ ਧੀ ਲక్ష్ਮੀ ਕੋਲ ਜਾਂਦਾ ਹੈ, ਸਾਰਿਆਂ ਨੂੰ ਆਖਦਾ ਸਿਫਾਰਿਸ਼ ਕਰੋ ਮੇਰਾ ਖਾਰਾ ਪਾਣੀ ਮਿੱਠਾ ਹੋ ਜਾਵੇ। ਸਾਰਿਆਂ ਨੇ ਹੱਥ ਜੋੜ ਕੇ ਆਖਿਆ ਵੀ ਇਹ ਨਹੀਂ ਅਸੀਂ ਕਰ ਸਕਦੇ। ਅੱਜ ਤੱਕ ਕਹਿੰਦੇ ਸਮੁੰਦਰ ਦਾ ਪਾਣੀ ਖਾਰਾ ਹੈ। ਕੌੜੀ ਚੀਜ਼ ਦੇ ਵਿੱਚ ਕੁਝ ਮਿੱਠਾ ਪਾ ਦਈਏ ਤੇ ਉਹ ਮਿੱਠੀ ਹੋ ਜਾਂਦੀ ਹੈ। ਸਮੁੰਦਰ ਦੇ ਵਿੱਚੋਂ ਅੰਮ੍ਰਿਤ ਨਿਕਲਿਆ, ਅੰਮ੍ਰਿਤ ਮਿੱਠਾ ਹੈ, ਪਰ ਮਿੱਠਾ ਸਮੁੰਦਰ ਵਿੱਚੋਂ ਨਿਕਲਣ ਕਰਕੇ ਅੰਮ੍ਰਿਤ ਸਮੁੰਦਰ ਫਿਰ ਵੀ ਖਾਰੇ ਦਾ ਖਾਰਾ ਮਿੱਠਾ ਨਹੀਂ ਹੋ ਸਕਿਆ। ਪਰ ਇਹ ਸਜ਼ਾ ਕੀਤੇ ਕਰਮ ਦੀ ਮਿਲੀ। ਹੰਕਾਰ ਵਿੱਚ ਆ ਕੇ ਕੰਮ ਕੀਤਾ ਵੀ ਮੇਰਾ ਕਿਸੇ ਨੇ ਕੀ ਵਿਗਾੜ ਲੈਣਾ, ਮੈਂ ਰਾਜਾ ਬਾਦਸ਼ਾਹ, ਮੈਂ ਨਦੀਆਂ ਦਾ। ਤੇ ਜਾਣ ਪਛਾਣ ਮੇਰੀ ਭਗਵਾਨ ਵਿਸ਼ਨੂੰ ਤੱਕ ਹੈ, ਜਾਣ ਪਛਾਣ ਮੇਰੀ ਚੰਦਰਮਾ ਤੇ ਸੂਰਜ ਤੱਕ ਹੈ, ਜਾਣ ਪਛਾਣ ਮੇਰੀ ਇੰਦਰ ਰਾਜੇ ਤੱਕ ਹੈ। ਪਰ ਗੁਰਮੁਖੋ ਜਦੋਂ ਫਲ ਮਿਲਿਆ ਨਾ, ਕੋਈ ਜਾਣ ਪਛਾਣ ਵਾਲਾ ਨੇੜੇ ਨਹੀਂ ਲੱਗਾ, ਕਿਸੇ ਨਹੀਂ ਆਖਿਆ ਵੀ ਤੈਨੂੰ ਮਿੱਠਾ ਕਰ ਦਈਏ। ਬੰਦਿਆ ਏਡਾ ਵੱਡਾ ਸਮੁੰਦਰ, ਏਡੇ ਵੱਡੇ ਬੰਦਿਆਂ ਨਾਲ ਰਿਸ਼ਤੇਦਾਰੀ ਪਾਉਣ ਵਾਲਾ, ਏਡੇ ਏਡੇ ਵੱਡੇ ਬੰਦਿਆਂ ਨੂੰ ਏਡੇ ਏਡੇ ਮਹਿੰਗੇ ਗਿਫਟ ਦੇਣ ਵਾਲਾ, ਕਰਮ ਤੇ ਉਹਦਾ ਨਹੀਂ ਮਿਟਿਆ, ਉਹਨੂੰ ਭੋਗਣਾ ਪਿਆ। ਪਰ ਤੂੰ ਕਦੇ ਸੋਚ ਵੀ ਤੂੰ ਕਿਹੜੇ ਬਾਗ ਦੀ ਮੂਲੀ ਹੈ। ਮਾੜੀ ਜੀ ਤਾਕਤ ਕਿਤੇ ਗੁਰੂ ਤੈਨੂੰ ਦੇ ਦੇਵੇ, ਮਾੜੀ ਜੀ ਤੈਨੂੰ ਕੁਰਸੀ ਕਿਤੇ ਮਿਲ ਜਾਵੇ, ਤੇ ਫਿਰ ਤੂੰ ਆਖਦਾ ਵੀ ਹਮ ਹੀ ਹਮ ਹੈ, ਮੈਂ ਹੀ ਮੈਂ ਆ, ਜੋ ਮਰਜ਼ੀ ਕਰਾਂ। ਮੈਨੂੰ ਤੇ ਫਲਾਣਾ ਰਾਜਾ ਜਾਣਦਾ ਹੈ, ਫਲਾਣਾ ਮੰਤਰੀ ਜਾਣਦਾ ਹੈ, ਫਲਾਣਾ ਅਫਸਰ ਜਾਣਦਾ ਹੈ, ਫਲਾਣੀ ਕੋਰਟ ਦਾ ਮੈਨੂੰ ਤੇ ਜੱਜ ਜਾਣਦਾ। ਜੇ ਕੋਈ ਮਾੜੀ ਮੋਟੀ 19-21 ਹੋਵੇ ਤੇ ਮੇਰੇ ਤੇ ਸਿਫਾਰਸ਼ੀ ਭੱਜੇ ਆਉਣਗੇ ਬਚਾਉਣ ਵਾਸਤੇ। ਪਰ ਪਾਤਸ਼ਾਹ ਕਹਿਣ ਲੱਗੇ ਤੇਰੇ ਸਿਫਾਰਸ਼ੀ ਵੀ ਨਿੱਕੇ ਜਿਹੇ, ਤੇਰੇ ਮਦਦਗਾਰ ਵੀ ਨਿੱਕੇ ਜਿਹੇ, ਤੂੰ ਵੀ ਨਿੱਕਾ ਜਿਹਾ। ਤੇਰੇ ਸਾਹਮਣੇ ਅਸੀਂ ਉਦਾਹਰਨ ਸਮੁੰਦਰ ਦੀ ਰੱਖੀ ਹੈ, ਜਿਹਦੇ ਵਰਗਾ ਵੱਡਾ ਕੋਈ ਨਹੀਂ ਤੇ ਜਿਹਦੇ ਰਿਸ਼ਤੇਦਾਰੀ ਸਭ ਤੋਂ ਵੱਡੀ ਹੈ। ਕਰਮਾਂ ਦਾ ਫਲ ਤੇ ਉਹ ਭੋਗਦਾ ਪਿਆ ਤੇ ਤੂੰ ਕਰਮ ਕਰਨ ਲੱਗਿਆ ਆਖਦਾ ਮੇਰਾ ਕਿਸੇ ਨੇ ਕੀ ਵਿਗਾੜਨਾ। ਪਰ ਇਹ ਗੱਲ ਕਿਉਂ ਕਹੀ ਹੈ? ਕਿਉਂਕਿ ਕੁਰਸੀ ਮਿਲ ਗਈ ਨਾ, ਪਦਵੀ ਮਿਲ ਗਈ ਹੈ। ਜਦੋਂ ਪਦਵੀ ਕੁਰਸੀ ਮਿਲ ਜਾਂਦੀ ਹੈ ਫਿਰ ਮਾਣ ਹੋ ਜਾਂਦਾ, ਤੇ ਮਾਣ ਵਿੱਚ ਫਿਰ ਬੰਦੇ ਨੂੰ ਰੱਬ ਤੇ ਕੀ ਸਮਝਣਾ, ਬੰਦੇ ਨੂੰ ਬੰਦਾ ਕੀ ਸਮਝਣਾ, ਫਿਰ ਤੇ ਰੱਬ ਨੂੰ ਵੀ ਆਪਣੇ ਵਰਗਾ ਨਹੀਂ ਸਮਝਦਾ, ਆਖਦਾ ਮੈਂ ਹੀ ਮੈਂ ਹਾਂ। ਤੇ ਫਿਰ ਜਿਹੜੇ ਪਾਪ ਦੇ ਕਰਮ ਕਰਦਾ ਨਾ, ਉਹਨਾਂ ਕਰਮਾਂ ਦਾ ਫਲ ਭੋਗਣਾ ਪੈਂਦਾ। ਤੇ ਜਦੋਂ ਫਲ ਭੋਗਣਾ ਪੈਂਦਾ ਫਿਰ ਉਸ ਵੇਲੇ ਰੋਂਦਾ ਹੈ, ਕਰਲਾਉਂਦਾ ਹੈ, ਦੁਖੀ ਹੁੰਦਾ ਵੀ ਇਹ ਕਰਮ ਕਿਉਂ ਭੋਗਣਾ ਪੈ ਰਿਹਾ। ਮਹਾਰਾਜ ਕਹਿਣ ਲੱਗੇ ਦੱਦਾ ਦੋਸ ਨਾ ਦਿਉ ਕਿਸੈ, ਦੋਸ ਕਰਮਾਂ ਆਪਣੇ। ਜਦੋਂ ਤੇਰੇ ਤੇ ਮੁਸੀਬਤ ਪੈਂਦੀ ਹੈ ਨਾ, ਰੋਂਦਾ ਉਸ ਵੇਲੇ, ਅਰਦਾਸਾਂ ਕਰਵਾਉਂਦਾ ਜਾ ਜਾ ਕੇ ਬੜਿਆਂ ਦੇ ਕੋਲ, ਨੱਕ ਗੋਡੇ ਬੜੇ ਰਗੜਦਾ ਹੈ, ਤੇ ਫਿਰ ਦੂਜਿਆਂ ਤੇ ਤੋਹਮਤ ਲਾਉਂਦਾ, ਫਲਾਣਾ ਗੁਆਂਢੀ ਮੈਨੂੰ ਵੇਖਣਾ ਨਹੀਂ ਚਾਹੁੰਦਾ, ਫਲਾਣਾ ਰਿਸ਼ਤੇਦਾਰ ਮੇਰੀ ਚੜ੍ਹਤ ਨਹੀਂ ਵੇਖਣੀ ਚਾਹੁੰਦਾ। ਕੋਈ ਰਿਸ਼ਤੇਦਾਰ, ਕੋਈ ਗੁਆਂਢੀ ਤੇਰਾ ਵਾਲ ਨਹੀਂ ਵਿੰਗਾ ਕਰ ਸਕਦਾ, ਜੇ ਪ੍ਰਮਾਤਮਾ ਦਾ ਹੁਕਮ ਨਾ ਹੋਵੇ ਕੋਈ ਨਹੀਂ ਵਾਲ ਵਿੰਗਾ ਕਰ ਸਕਦਾ। ਜੇ ਇਹ ਤਾਕਤ ਰੱਬ ਨੇ ਬੰਦਿਆਂ ਨੂੰ ਦਿੱਤੀ ਹੁੰਦੀ ਤੇ ਬੰਦੇ ਅੱਜ ਦੁਨੀਆ ਤੇ ਹੁੰਦੇ ਹੀ ਨਾ, ਕਿਉਂਕਿ ਬੰਦੇ ਵਿੱਚ ਜ਼ਹਿਰ ਤੇ ਸੱਪ ਨਾਲੋਂ ਜ਼ਿਆਦਾ, ਬੰਦਾ ਤੇ ਬੰਦੇ ਨੂੰ ਵੇਖਣਾ ਹੀ ਨਹੀਂ ਚਾਹੁੰਦਾ। ਇਹ ਤਾਕਤ ਕਿਸੇ ਕੋਲ ਨਹੀਂ ਹੈ, ਕੇਵਲ ਪਰਮਾਤਮਾ ਕੋਲ ਹੈ। ਪਰ ਸਜ਼ਾ ਤੈਨੂੰ ਤੇਰੇ ਕਰਮ ਦੀ ਮਿਲਦੀ ਹੈ। ਦੱਦਾ ਦੋਸ ਨਾ ਦਿਉ ਕਿਸੈ, ਦੋਸ ਕਰਮਾਂ ਆਪਣਿਆਂ, ਜੋ ਮੈਂ ਕੀਆ ਸੋ ਮੈਂ ਪਾਇਆ। ਸਾਰੇ ਜਣੇ ਆਖੀਏ ਜੋ ਮੈਂ ਕੀਆ ਸੋ ਮੈਂ ਪਾਇਆ। ਜੋ ਮੈਂ ਕੀਤਾ ਉਹ ਮੈਨੂੰ ਮਿਲਿਆ, ਦੋਸ਼ ਨਾ ਦੀਜੈ ਅਵਰ ਜਾਣਾ। ਕਿਸੇ ਨੂੰ ਕਾਹਦਾ ਦੋਸ਼ ਦਿੰਦਾ ਪਿਆ। ਸਤਿਗੁਰੂ ਇੱਥੇ ਬਖਸ਼ਿਸ਼ ਕਰਦੇ, ਕਹਿਣ ਲੱਗੇ ਕਤਿਕ ਕਰਮ ਕਮਾਵਣੇ, ਕਤਕ ਤੋਂ ਭਾਵ ਕੱਤ ਕੱਤ ਕੇ ਚਰਖਾ।
ਰੂਈ ਦੀਆਂ ਪੂਣੀਆਂ ਬਣਾਈਆਂ, ਫਿਰ ਦੋਹਰਾਂ ਤੇ ਖੇਸ ਬਣਾਏ। ਪਰ ਕਰਦਿਆਂ ਕਰਦਿਆਂ ਟਾਈਮ ਲੱਗ ਗਿਆ। ਬੰਦਿਆ ਰੋਜ਼ ਤੂੰ ਵੀ ਚਰਖਾ ਕੱਤਦਾ ਪਿਆ ਕਰਮਾਂ ਦਾ, ਤੇ ਰੋਜ਼ ਆਪਣੇ ਕੀਤੇ ਕਰਮਾਂ ਦੀਆਂ ਪੂਣੀਆਂ ਬਣਾਉਂਦਾ ਪਿਆ ਆਪਣੇ ਕੰਮਾਂ ਦੀਆਂ, ਪਰ ਇਹਦਾ ਫਲ ਤੈਨੂੰ ਭੋਗਣਾ ਪਿਆ। ਕੱਤਕ ਕਰਮ ਕਮਾਵਣੇ, ਕੱਤਕ ਦਾ ਮਹੀਨਾ ਇਹ ਗੱਲ ਕਹਿੰਦਾ ਹੈ। ਕੱਤ ਕੱਤ ਕੇ ਕੀਤੇ ਕਰਮ ਇਕੱਠੇ, ਇਹ ਕਮਾਵਣੇ ਤੈਨੂੰ ਭੋਗਣੇ ਪੈਣੇ ਨੇ। ਇਹਨਾਂ ਦਾ ਫਲ, ਇਹਨਾਂ ਦਾ ਹਿਸਾਬ ਤੈਨੂੰ ਦੇਣਾ ਪੈਣਾ ਹੈ। ਕੱਤਕ ਕਰਮ ਕਮਾਵਣੇ, ਦੋਸ਼ ਨਾ ਕਾਹੂੰ ਜੋਗ। ਜਦੋਂ ਫਲ ਮਿਲਣਾ ਫਿਰ ਦੂਜਿਆਂ ਵੱਲ ਉਂਗਲੀ ਕਰਦਾ, ਫਲਾਣੇ ਨੇ ਮੈਨੂੰ ਦੁੱਖ ਤੇ ਸੁੱਖ ਦਿੱਤਾ ਹੈ। ਮਹਾਰਾਜ ਕਹਿੰਦੇ ਕਿਸੇ ਦੇ ਉੱਪਰ ਉਂਗਲੀ ਨਾ ਕਰ, ਨਾ ਕਿਸੇ ਨੂੰ ਦੋਸ਼ ਦੇ। ਆਪਣਾ ਕਰਮ ਤੂੰ ਖੁਦ ਕੀਤਾ ਹੈ, ਆਪਣੇ ਹੱਥਾਂ ਨਾਲ ਕੀਤਾ ਹੈ, ਉਸ ਕਰਮ ਦਾ ਫਲ ਤੈਨੂੰ ਭੋਗਣਾ ਪਵੇਗਾ। ਕਰਮ ਕਰਨ ਤੋਂ ਪਹਿਲਾਂ ਸੋਚਣਾ ਸੀ। ਜੇ ਸਮੁੰਦਰ ਕਿਤੇ ਪਹਿਲਾਂ ਸੋਚ ਲੈਂਦਾ ਨਾ ਵੀ ਮੈਂ ਲੋਕਾਂ ਨੂੰ ਨਾ ਮਾਰਾਂ, ਪਾਣੀ ਲਿਆ ਕੇ ਤੇ ਗੱਲ ਮੰਨ ਲਵਾਂ, ਤੇ ਅੱਜ ਸਮੁੰਦਰ ਮਿੱਠਾ ਹੁੰਦਾ। ਪਰ ਉਦੋਂ ਤੇ ਹੰਕਾਰ ਵਿੱਚ ਕਰਮ ਕੀਤਾ ਤੇ ਅੱਜ ਖਾਰਾ ਹੈ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਕਹਿਣ ਲੱਗੇ, ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੋਤਾਈਏ। ਮਗਰੋਂ ਪਛਤਾਉਣ ਦਾ ਲਾਭ ਕੋਈ ਨਹੀਂ, ਮਗਰੋਂ ਕੰਮ ਸੂਤਰ ਨਹੀਂ ਹੋਣਾ, ਠੀਕ ਨਹੀਂ ਹੋਣਾ। ਪਰ ਕਰਮ ਕਰਨ ਤੋਂ ਪਹਿਲਾਂ ਸੋਚ ਤੇਰਾ ਭਲਾ ਹੋਵੇਗਾ। ਗੁਰੂ ਪਾਤਸ਼ਾਹ ਕਹਿਣ ਲੱਗੇ, ਕੱਤਕ ਕਰਮ ਕਮਾਵਣੇ। ਕੱਤੇ ਦਾ ਮਹੀਨਾ ਇਹ ਗੱਲ ਕਹਿੰਦਾ, ਕਰਮ ਤੇ ਕਮਾਉਂਦਾ ਪਿਆ। ਪਾਵਰ ਤੇਰੇ ਕੋਲ ਆ ਗਈ ਹੈ, ਕੁਰਸੀ ਤੇਰੇ ਕੋਲ ਆ ਗਈ ਹੈ, ਡਿਗਰੀ ਤੈਨੂੰ ਮਿਲ ਗਈ ਹੈ, ਮਰਾਤਬਾ ਮਿਲ ਗਿਆ, ਜਾਣ ਪਛਾਣ ਤੇਰੀ ਬਣ ਗਈ 4 ਬੰਦਿਆਂ ਦੇ ਨਾਲ। ਪਰ ਕਰਮ ਇਹੋ ਜਿਹਾ ਨਾ ਕਰਕੇ ਜਾਈ, ਜਦੋਂ ਕਰਮ ਤੈਨੂੰ ਭੋਗਣਾ ਪੈਣਾ, ਜਾਣ ਪਛਾਣ ਤੇ ਕੁਰਸੀ ਨੇ ਤੇਰੇ ਨੇੜੇ ਨਹੀਂ ਉਹ ਖੜਨਾ ਆ ਕੇ, ਉਹ ਤੇਰੇ ਸਰੀਰ ਨੂੰ ਭੋਗਣਾ ਪੈਣਾ, ਆਪਣੇ ਆਪ ਨੂੰ ਭੋਗਣਾ ਪੈਣਾ। ਕੱਤਕ ਕਰਮ ਕਮਾਵਣੇ, ਦੋਸ਼ ਨਾ ਕਾਹੂੰ ਜੋਗ। ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ। ਰੱਬ ਭੁੱਲਦਾ ਉਦੋਂ ਹੈ ਜਦੋਂ ਹਉਮੈ ਆਉਂਦੀ ਹੈ, ਕਿਉਂਕਿ ਹਉਮੈ ਨਾਵੈ ਨਾਲ ਵਿਰੋਧ ਹੈ। ਦੋਏ ਨਾ ਵਸੈ ਇੱਕ ਠਾਏ। ਨਾਮ ਦੀ ਤੇ ਹਉਮੈ ਦੀ ਵਿਰੋਧਤਾ ਹੈ। ਦੋਨੇ ਜਾਣੇ ਇੱਕ ਦੂਜੇ ਦੇ ਨੇੜੇ ਵਸ ਨਹੀਂ ਸਕਦੇ, ਰਹਿ ਨਹੀਂ ਸਕਦੇ। ਜਿੱਥੇ ਹੰਕਾਰ ਆ ਗਿਆ ਉੱਥੇ ਨਾਮ ਨਹੀਂ ਹੈ, ਤੇ ਫਿਰ ਦੋਸ਼ ਲੱਗੇਗਾ ਤੇ ਕਰਮ ਭੋਗਣੇ ਪੈਂਦੇ ਹਨ। ਬੇਮੁਖ ਹੋਏ RAM ਤੇ ਲੱਗਣ ਜਨਮ ਵਿਜੋਗ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਪਰਮੇਸ਼ਰ ਤੇ ਭੁੱਲਿਆ, ਜਿਹੜੇ ਪਰਮੇਸ਼ਰ ਵੱਲੋਂ ਭੁੱਲੇ ਹੋਏ, ਰੱਬ ਦੇ ਨਾਮ ਨੂੰ ਭੁਲਾ ਕੇ ਬੈਠੇ। ਵਿਆਪਨ ਸਭੇ ਰੋਗ, ਤਮਾਮ ਰੋਗ ਉਹਨਾਂ ਦੇ ਸਰੀਰ ਨੂੰ ਆ ਕੇ ਵਿਆਪਦੇ, ਰੋਗੀ ਹੋ ਜਾਂਦੇ। ਕਰਮ ਬਣ ਜਾਂਦਾ, ਰੋਗ ਕਰਮ ਬਣ ਗਿਆ। ਤੇ ਜਿਹੜਾ ਕਰਮ ਰੋਗ ਬਣ ਜਾਵੇ ਨਾ, ਜਿਹੜਾ ਰੋਗ ਕਰਮ ਬਣ ਜਾਵੇ ਨਾ, ਫਿਰ ਉਹ ਕਿਸੇ ਵੀ ਦਵਾਈ ਨਾਲ ਖਤਮ ਨਹੀਂ ਹੁੰਦਾ। ਉਸ ਕਰਮ ਨੂੰ ਰੋਗ ਦੇ ਰੂਪ ਵਿੱਚ ਭੋਗਣਾ ਪੈਂਦਾ। ਮਹਾਰਾਜ ਕਹਿਣ ਲੱਗੇ, ਸਰੀਰ ਨੂੰ ਵੀ ਰੋਗ ਲੱਗ ਸਕਦਾ ਹੈ, ਮਾਨਸਿਕ ਰੋਗ ਹੈ, ਸਰੀਰਕ ਰੋਗ ਹੈ, ਪਰਿਵਾਰਕ ਰੋਗ ਹੈ। ਇਹ ਸਾਰੇ ਰੋਗ ਫਿਰ ਉਸ ਵੇਲੇ ਆ ਕੇ ਬੰਦੇ ਨੂੰ ਘੇਰ ਲੈਂਦੇ ਹਨ। ਬੇਮੁਖ ਹੋਏ RAM ਤੇ ਜਿਹੜੇ ਲੋਕ RAM ਤੋਂ ਬੇਮੁਖ ਹੋਏ ਨੇ, ਬੇਮੁਖ ਹੋਏ RAM ਤੇ, ਜਿਹੜੇ RAM ਤੋਂ, RAM ਕਿਹੜਾ? ਪਰਮੇਸ਼ਰ ਅਕਾਲ ਪੁਰਖ ਨਿਰੰਕਾਰ, ਜਿਹੜੇ ਉਹਦੇ ਵੱਲੋਂ ਬੇਮੁਖ ਹੋਏ ਨੇ। ਗੁਰਮੁਖੋ ਰੱਬ ਵੱਲੋਂ ਬੇਮੁਖ ਕੀ ਹੋਣਾ ਹੈ? ਜਿਹੜੇ ਰੱਬ ਦੀ ਹੋਂਦ ਨੂੰ ਮੰਨਣਾ ਨਹੀਂ, ਇਹ ਬੇਮੁਖ ਹੋਣਾ ਹੈ। ਰੱਬ ਦੀ ਹੋਂਦ ਨੂੰ ਨਾ ਮੰਨਣਾ ਵੀ ਰੱਬ ਵੀ ਕੋਈ ਹੈ, ਅਕਾਲ ਪੁਰਖ ਵੀ ਕੋਈ ਹੈ, ਜਿਹੜੀ ਇਹ ਗੱਲ ਨਾ ਮੰਨਣੀ, ਇਹ ਹੈ ਬੇਮੁਖ ਹੋਣਾ। ਉਹਦੇ ਕਹਿਣੇ ਨੂੰ, ਉਹਦੇ ਹੁਕਮ ਦੇ ਵਿੱਚ, ਉਹਦੀ ਰਜ਼ਾ ਦੇ ਵਿੱਚ ਨਾ ਰਹਿਣਾ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਜਿਹੜੇ ਰਮੇ ਹੋਏ RAM ਤੋਂ ਬੇਮੁਖ ਹੋ ਜਾਂਦੇ ਹਨ, ਲੱਗਣ ਜਨਮ ਵਿਜੋਗ, ਉਹਨਾਂ ਨੂੰ ਜਨਮਾਂ ਜਨਮਾਂ ਦੇ ਵਿਜੋਗ ਪੈ ਜਾਂਦੇ, ਵਿਛੋੜੇ ਪੈ ਜਾਂਦੇ। ਵਿਜੋਗ ਨਾਮ ਗੁਰਮੁਖੋ ਵਿਛੋੜੇ ਦਾ ਹੀ ਹੈ। ਜਨਮਾਂ ਜਨਮਾਂ ਦੇ ਵਿਛੋੜੇ ਪਰਮਾਤਮਾ ਨਾਲੋਂ ਪੈਂਦੇ। ਇੱਕ ਜਨਮ ਦੇ ਵਿੱਚ ਕਰਮ ਤੇ ਇੱਕ ਕੀਤਾ ਹੈ, ਉਹ ਕਰਮ ਨੂੰ ਭੋਗਣ ਵਾਸਤੇ ਕਈ ਅੱਗੋਂ ਜਨਮ ਲੈਣੇ ਪਏ, ਤੇ ਫਿਰ ਉਹ ਕੰਮ ਕਰਨਾ ਹੀ ਕਿਉਂ? ਜਿਹੜਾ ਇੱਕ ਜਨਮ ਦੇ ਵਿੱਚ ਕੰਮ ਇੱਕ ਕੀਤਾ ਤੇ ਉਹਨੂੰ ਭੋਗਣ ਵਾਸਤੇ ਕਈ ਜਨਮ ਲੈਣੇ ਪੈਣ, ਤੇ ਫਿਰ ਸੌਦਾ ਘਾਟੇ ਦਾ ਹੀ ਹੋਇਆ, ਨਫੇ ਦਾ ਤੇ ਨਾ ਹੋਇਆ। ਤੇ ਫਿਰ ਇਹੋ ਜਿਹਾ ਘਾਟੇ ਦਾ ਸੌਦਾ ਕਰਨਾ ਹੀ ਕਿਉਂ? ਨਹੀਂ ਕਰਨਾ ਚਾਹੀਦਾ। ਮਹਾਰਾਜ ਕਹਿਣ ਲੱਗੇ, ਜਨਮਾਂ ਦੇ ਵਿਜੋਗ ਵਿਛੋੜੇ ਪੈ ਜਾਂਦੇ, ਕਈ ਜਨਮਾਂ ਤੱਕ ਉਹ ਫਿਰ ਕੰਮ ਸੂਤਰ ਨਹੀਂ ਆਉਂਦਾ, ਐਸੀ ਸਜ਼ਾ ਮਿਲਦੀ ਹੈ। ਜਨ ਮੈਂ ਕੌੜੇ ਹੋਏ ਗਏ ਜਿਤੜੇ ਮਾਇਆ ਭੋਗ। ਇਹ ਜਿੰਨੇ ਵੀ ਮਾਇਆ ਦੇ ਭੋਗ ਨੇ ਨਾ, ਮਾਇਆ ਦੇ ਪਦਾਰਥ ਕਿਸੇ ਵੀ ਰੂਪ ਦੇ ਵਿੱਚ, ਸਾਰੇ ਕੌੜੇ ਹੋਣ ਲੱਗਿਆ, ਡੇਰੀ ਨਹੀਂ ਲੱਗਣੀ। ਅੱਜ ਮਾਇਆ ਤੇਰੇ ਕੋਲ ਹੈ, ਤੂੰ ਮਾਲਕ ਹੈ। ਇਹ ਮਾਇਆ ਕਦੋਂ ਤੇਰੀ ਦੁਸ਼ਮਣ ਬਣ ਜਾਵੇ ਕੋਈ ਪਤਾ ਨਹੀਂ।
ਅੱਜ ਜ਼ਮੀਨ ਜਾਇਦਾਦ ਤੇਰੇ ਕੋਲ ਹੈ, ਕਦੋਂ ਤੇਰੀ ਇਹ ਦੁਸ਼ਮਣ ਬਣ ਜਾਵੇ ਕੋਈ ਪਤਾ ਨਹੀਂ। ਮਹਾਰਾਜ ਕਹਿਣ ਲੱਗੇ, ਗੁਰਬਾਣੀ ਦਾ ਬਚਨ ਸਤਿਗੁਰੂ ਫਰਮਾਉਂਦੇ, ਕਹਿਣ ਲੱਗੇ, ਧਨ ਜੋਬਨ ਦੋਏ ਵੈਰੀ ਹੋਏ, ਜਿਨੀ ਰੱਖੇ ਰੰਗ ਲਾਏ। ਦੂਤਾਂ ਨੂੰ ਫਰਮਾਇਆ, ਲੈ ਚੱਲੇ ਪਤ ਗਵਾਏ। ਬਾਬਰ ਬਾਦਸ਼ਾਹ ਨੇ ਏਮਨਾਬਾਦ 'ਤੇ ਹਮਲਾ ਕੀਤਾ। ਹਮਲੇ ਵਿੱਚ ਕੋਈ ਤੇ ਮਾਰੇ, ਕੋਈ ਜ਼ਖਮੀ ਹੋਏ, ਪਰ ਮਾਰਿਆ ਵੀ ਉਹਨਾਂ ਨੂੰ ਗਿਆ ਜਿਨ੍ਹਾਂ ਦੇ ਕੋਲ ਬੜੀ ਜ਼ਿਆਦੀ ਮਾਇਆ ਸੀ। ਵੀ ਲਿਆਓ ਮਾਇਆ ਕੱਢੋ, ਕਿੱਥੇ ਹੈ? ਜਿਹੜੀ ਮਾਇਆ ਉਹਨਾਂ ਨੇ ਕਮਾ ਕੇ ਰੱਖੀ ਨਾ ਸਲਾਮਾਂ ਕਰਾਉਂਦੀ ਦੁਨੀਆ ਕੋਲੋਂ, ਉਸੇ ਮਾਇਆ ਦੇ ਕਰਕੇ ਬਾਬਰ ਨੇ ਉਹਨਾਂ ਨੂੰ ਕਤਲ ਕੀਤਾ। ਮਹਾਰਾਜ ਕਹਿਣ ਲੱਗੇ, ਧਨ ਜੋਬਨ ਦੋਏ ਵੈਰੀ ਹੋਏ। ਧਨ ਵੈਰੀ ਬਣ ਗਿਆ, ਅੱਜ ਜਾਨ ਨੂੰ ਜਾਣ ਦਾ ਅੱਜ ਬਣ ਗਿਆ। ਜਾਨ ਜਾਂਦੀ ਪਈ ਹੈ, ਧਨ ਕਰਕੇ ਜਾਂਦੀ ਪਈ ਹੈ। ਜਾਨ ਦਾ ਦੁਸ਼ਮਣ ਧਨ ਬਣ ਗਿਆ। ਤੇ ਜਿਹੜੀਆਂ ਪਠਾਣਾਂ ਦੀਆਂ ਸੋਹਣੀਆਂ ਸੋਹਣੀਆਂ ਘਰ ਵਾਲੀਆਂ ਸਨ, ਜਿਹੜੀਆਂ ਆਖਦੀਆਂ ਵੀ ਅਸੀਂ ਬੜੀਆਂ ਸੋਹਣੀਆਂ, ਉਹ ਸੋਹਣਾ ਰੂਪ ਉਹਨਾਂ ਦਾ ਵੈਰੀ ਬਣ ਗਿਆ। ਮੁਗਲ ਬਾਦਸ਼ਾਹ ਬਾਬਰ ਨੇ ਹੁਕਮ ਦਿੱਤਾ, ਜਿੰਨੀਆਂ ਪਠਾਣਾਂ ਦੀਆਂ ਸੋਹਣੀਆਂ ਪਠਾਣੀਆਂ ਨੇ ਬੰਨ੍ਹ ਕੇ ਨਾਲ ਲੈ ਚੱਲੋ। ਤੇ ਬੰਨ੍ਹ ਲਈਆਂ, ਜੇਲ੍ਹ ਵਿੱਚ ਸੁੱਟ ਦਿੱਤੀਆਂ। ਗੁਰੂ ਨਾਨਕ ਦੇਵ ਪਾਤਸ਼ਾਹ ਕਹਿਣ ਲੱਗੇ, ਧਨ ਜੋਬਨ ਦੋਏ ਵੈਰੀ ਹੋਏ। ਜੋਬਨ ਜਵਾਨੀ ਸੋਹਣਾ ਪੁਣਾ ਵੀ ਅੱਜ ਵੈਰੀ ਬਣ ਗਿਆ, ਧਨ ਵੀ ਅੱਜ ਵੈਰੀ ਬਣ ਗਿਆ। ਜਿਨੀ ਰੱਖੇ ਰੰਗ ਲਾਏ, ਜਿਨ੍ਹਾਂ ਨੇ ਆਪਣੇ ਆਪ ਨੂੰ ਬੜਾ ਬੜਾ ਸ਼ਿੰਗਾਰ ਕੇ ਰੱਖਿਆ, ਜਿਨ੍ਹਾਂ ਨੇ ਮਾਇਆ ਦੇ ਵਿੱਚ ਰੰਗ ਕਹੀਏ ਬਹੁਤਾ ਪ੍ਰੇਮ ਕੀਤਾ, ਮਾਇਆ ਨੂੰ ਇਕੱਠਾ ਕਰਕੇ ਰੱਖਿਆ, ਅੱਜ ਮਾਇਆ ਵੀ ਵੈਰੀ ਬਣੀ ਹੈ, ਸੋਹਣਾ ਰੂਪ ਵੀ ਵੈਰੀ ਬਣ ਗਿਆ। ਸਤਿਗੁਰੂ ਕਹਿਣ ਲੱਗੇ, ਭਾਈ ਖਿਨਮੈ ਕੌੜੇ ਹੋਏ ਗਏ, ਜਿਤੜੇ ਮਾਇਆ ਭੋਗ। ਇਹ ਜਿਹੜੇ ਮਾਇਆ ਦੇ ਭੋਗ ਪਦਾਰਥ ਤੋਂ ਅੱਜ ਛਕਦਾ ਪਿਆ ਨਾ, ਇਹਨਾਂ ਨੇ ਕਦੋਂ ਕੌੜੇ ਹੋ ਜਾਣਾ, ਕਦੋਂ ਤੇਰੇ ਦੁਸ਼ਮਣ ਬਣ ਜਾਣਾ, ਪਤਾ ਕੋਈ ਨਹੀਂ। ਰੱਬ ਦੀ ਨਜ਼ਰ ਸਵੱਲੀ ਚਾਹੀਦੀ ਹੈ। ਜੇ ਕਿਤੇ ਉਹਦੀ ਨਜ਼ਰ ਪੁੱਠੀ ਹੋ ਗਈ, ਜਿਹੜੇ ਪਦਾਰਥ ਤੈਨੂੰ ਅੱਜ ਸੁੱਖ ਦਿੰਦੇ ਪਏ, ਇਹ ਕਦੋਂ ਦੁੱਖ ਰੂਪ ਹੋ ਜਾਣਗੇ ਪਤਾ ਨਹੀਂ ਲੱਗਣਾ ਹੈ। ਵਿੱਚ ਨਾ ਕੋਈ ਕਰ ਸਕੈ, ਕਿਸ ਥੈ ਰੋਵੈ ਰੋਜ਼। ਤੇ ਜਦੋਂ ਕਰਮ ਤੂੰ ਕਰ ਲਿਆ, ਉਹ ਕਰਮ ਦਾ ਤੈਨੂੰ ਫਲ ਭੋਗਣਾ ਪਿਆ। ਵਿੱਚ ਨਾ ਕੋਈ ਕਰ ਸਕੈ, ਫਿਰ ਵਿੱਚ ਵਿਚੋਲਗੀ ਕੋਈ ਨਹੀਂ ਕਰ ਸਕੇਗਾ। ਤੇਰੀ ਮਦਦ ਵਾਸਤੇ ਕਿਸੇ ਨੇ ਨਹੀਂ ਉਹ ਬੌੜਨਾ ਕਿ ਮੈਂ ਆ ਜਾਂਦਾ, ਨਹੀਂ ਕੋਈ ਬੌੜੇਗਾ, ਨਹੀਂ ਕੋਈ ਆਏਗਾ। ਕਿਉਂਕਿ ਪਹਿਲਾਂ ਵਿਚੋਲਾ ਤੇ ਗੁਰੂ ਨਹੀਂ ਨਾ ਪਾਇਆ। ਜੇ ਗੁਰੂ ਨੂੰ ਪਹਿਲਾਂ ਵਿਚੋਲਾ ਪਾਇਆ ਹੁੰਦਾ, ਗੁਰੂ ਵਾਲਾ ਬਣਿਆ ਹੁੰਦਾ, ਤੇ ਤੇਰੇ ਤੇ ਮੁਸੀਬਤ ਆ ਜਾਂਦੀ ਤੇ ਗੁਰੂ ਮੁਸੀਬਤ ਟਾਲ ਦਿੰਦਾ। ਪਰ ਗੁਰੂ ਨੂੰ ਤੇ ਕਹਿੰਦਾ ਮੈਂ ਧਾਰਨ ਕਰਨਾ ਹੀ ਨਹੀਂ। ਮੰਨ ਲਓ ਵੀ ਵਿਚੋਲੇ ਨੇ ਵਿੱਚ ਪੈ ਕੇ ਰਿਸ਼ਤਾ ਕਰਾਇਆ ਹੈ, ਤੇ ਜੇ ਦੋਵਾਂ ਜੀਆਂ ਵਿੱਚ ਕਿਤੇ ਲੜਾਈ ਝਗੜਾ ਹੋ ਜਾਵੇ ਮੀਆਂ ਬੀਬੀ ਦੇ ਵਿੱਚ, ਤੇ ਵਿਚੋਲਾ ਜਿਹੜਾ ਨਾ ਦੋਵਾਂ ਧਿਰਾਂ ਨੂੰ ਬਿਠਾ ਲੈਂਦਾ, ਵਿੱਚ ਪੈ ਕੇ ਕਲੇਸ਼ ਦਾ ਕਾਰਨ ਪੁੱਛਦਾ, ਤੇ ਉਸ ਕਾਰਨ ਨੂੰ ਖਤਮ ਕਰਕੇ ਤੇ ਦੋਵਾਂ ਜੀਆਂ ਦੀ ਆਪਸ ਵਿੱਚ ਫਿਰ ਮਿਲਾਪ ਹੋ ਜਾਂਦਾ, ਫਿਰ ਅੱਗੇ ਘਰ ਚੱਲ ਪੈਂਦਾ, ਫਿਰ ਉਹ ਸਾਰੇ ਝਗੜੇ ਸ਼ਿਕਵੇ ਖਤਮ ਹੋ ਜਾਂਦੇ। ਪਰ ਜਿਹੜਾ ਬੰਦਾ ਹੁਣ ਇਹ ਗੱਲ ਕਹੇ ਵੀ ਮੈਨੂੰ ਤੇ ਵਿਚੋਲੇ ਦੀ ਲੋੜ ਹੀ ਨਹੀਂ, ਮੈਂ ਤੇ ਲਵ ਮੈਰਿਜ ਕਰਾਉਣੀ, ਜਾ ਕੇ ਵਿਚੋਲਾ ਤੇ ਪਾਉਣਾ ਹੀ ਨਹੀਂ, ਵਿਚੋਲੇ ਤੇ ਇਹ ਬੜਾ ਕੁਝ ਗੱਲਾਂ ਬਾਤਾਂ ਕਰਦੇ, ਮੈਂ ਤੇ ਆਪਣੀ ਜ਼ਿੰਦਗੀ ਦਾ ਖੁਦ ਹੀ ਬੜਾ ਸਿਆਣਾ। ਹੁਣ ਫੈਸਲਾ ਤੇ ਕਰ ਲਿਆ, ਵਿਆਹ ਤੇ ਹੋ ਗਿਆ, ਜਦੋਂ ਕੱਲ੍ਹ ਨੂੰ ਮੁਸੀਬਤ ਪਵੇਗੀ ਨਾ ਆ ਕੇ, ਤੇ ਫਿਰ ਭੱਜੇਗਾ ਰਿਸ਼ਤੇਦਾਰਾਂ ਵੱਲ, ਮਾਮੇ ਵੱਲ, ਚਾਚੇ ਵੱਲ, ਫੁੱਫੜ ਮਾਸੜ ਵੱਲ ਵੀ ਆਓ। ਤੇ ਫਿਰ ਅੱਗੋਂ ਜਵਾਬ ਇਹ ਮਿਲਣਾ ਵੀ ਜਦੋਂ ਰਿਸ਼ਤੇਦਾਰੀ ਬਣਾਈ ਸਾਨੂੰ ਪੁੱਛਿਆ, ਉਦੋਂ ਸਾਨੂੰ ਵਿੱਚ ਪਾਇਆ ਸੀ। ਹੁਣ ਅਸੀਂ ਤੇਰੀ ਮਦਦ ਨਹੀਂ ਕਰਾਂਗੇ, ਹੁਣ ਤੂੰ ਜੋ ਕਰਨਾ, ਜੋ ਤੇਰੇ ਨਾਲ ਹੁੰਦਾ ਉਹ ਤੂੰ ਆਪਣਾ ਹੁਣ ਭੋਗ। ਜਿਵੇਂ ਅਸੀਂ ਦੁਨੀਆਦਾਰੀ ਵਿੱਚ ਰਿਸ਼ਤਾ ਬਣਾਉਣਾ ਹੈ ਤੇ ਵਿਚੋਲਾ ਨਹੀਂ ਪਾਇਆ ਤੇ ਸਾਡੇ ਨਾਲ ਕੋਈ ਨਹੀਂ ਖੜਿਆ, ਗੁਰਮੁਖਾ ਇਸੇ ਤਰ੍ਹਾਂ ਜਿੰਨਾ ਚਿਰ ਗੁਰੂ ਨੂੰ ਵਿਚੋਲਾ ਨਹੀਂ ਨਾ ਪਾਉਂਦਾ, ਜਦੋਂ ਜਮਾਂ ਦੇ ਵਸ ਪਵੇਗਾ ਨਾ, ਗੁਰੂ ਨੂੰ ਵੀ ਉੱਥੇ ਜਾ ਕੇ ਕੋਈ ਨਹੀਂ ਖੜਨਾ। ਵਿੱਚ ਨਾ ਕੋਈ ਕਰ ਸਕੇ, ਗੁਰੂ ਤੋਂ ਬਿਨਾਂ ਵਿੱਚ ਵਿਚੋਲਗੀ ਨਾ ਕੋਈ ਮਦਦ ਕਰ ਸਕਦਾ। ਕਿਸ ਥੈ ਰੋਵੈ ਰੋਜ਼, ਕਿਹਦੇ ਕੋਲ ਜਾ ਕੇ ਰੋਜ਼ ਰੋਵੇਂਗਾ ਆਪਣੇ ਰੋਣੇ, ਕਿਸੇ ਨੇ ਤੇਰੀ ਮਦਦ ਨਹੀਂ ਉਹ ਕਰਨੀ ਹੈ। ਕੀਤਾ ਕਿਛੂ ਨਾ ਹੋਵਈ, ਲਿਖਿਆ ਧੁਰ ਸੰਜੋਗ। ਜਿਹੜੇ ਧੁਰ ਤੋਂ ਸੰਜੋਗ ਲਿਖੇ ਹੋਏ, ਕਰਮ ਲਿਖੇ ਹੋਏ, ਉਹਨਾਂ ਕਰਮਾਂ ਦੇ ਉੱਪਰ ਕੁਝ ਨਹੀਂ ਕੀਤਾ ਜਾ ਸਕਦਾ। ਉਹ ਕਰਮ ਜਿਹੜੇ ਨੇ ਭੁਗਣੇ ਪੈਂਦੇ ਹਨ। ਵਡਭਾਗੀ ਮੇਰਾ ਪ੍ਰਭ ਮਿਲੈ, ਤਾਂ ਉਤਰੈ ਸਭ ਵਿਯੋਗ। ਪਰ ਵੱਡਿਆਂ ਭਾਗਾਂ ਵਾਲਿਆਂ ਨੂੰ ਜੇ ਪਰਮੇਸ਼ਰ ਮਿਲ ਜਾਵੇ, ਜਿਨ੍ਹਾਂ ਦੇ ਵੱਡੇ ਭਾਗ ਹੋਏ ਉਹਨਾਂ ਨੂੰ ਪਰਮੇਸ਼ਰ ਮਿਲਦਾ। ਜਿਨ੍ਹਾਂ ਨੂੰ ਪਰਮੇਸ਼ਰ ਮਿਲਦਾ ਉਹਨਾਂ ਦੇ ਸਾਰੇ ਵਿਯੋਗ ਕਹੀਏ ਦੁੱਖ ਖਤਮ ਹੋ ਜਾਂਦੇ, ਦੂਰ ਹੋ ਜਾਂਦੇ ਹਨ। ਨਾਨਕ ਕੋ ਪ੍ਰਭ ਰਾਖ ਲੈ, ਮੇਰੇ ਸਾਹਿਬ ਬੰਦੀ ਮੋਚ। ਪਾਤਸ਼ਾਹ ਕਹਿਣ ਲੱਗੇ, ਐ ਸਾਹਿਬ ਮਾਲਕ ਮੈਨੂੰ ਰੱਖ ਲੈ, ਮੈਂ ਤੇਰੀ ਸ਼ਰਨ ਵਿੱਚ ਆਇਆ, ਕਿਉਂਕਿ ਆਪ ਜੀ ਬੰਧਨਾਂ ਨੂੰ ਮੋਚ ਕਹੀਏ ਕੱਟਣ ਵਾਲੇ ਹੋ। ਆਪ ਜੀ ਸਮਰੱਥ ਹੋ ਨਾ। ਸਤਿਗੁਰ ਸਿੱਖ ਹੈ ਬੰਧਨ ਕਾਟੈ, ਗੁਰ ਕਾ ਸਿੱਖ ਵਿਕਾਰ ਤੇ ਹਟ। ਗੁਰੂ ਦਾ ਸਿੱਖ ਗੁਰੂ ਵਾਲਾ ਬਣ ਜਾਵੇ ਤੇ ਮਹਾਰਾਜ ਸਾਰੇ ਬੰਧਨ ਕੱਟ ਦਿੰਦੇ। ਇੱਥੇ ਬਚਨ ਆ ਗਿਆ, ਕਹਿਣ ਲੱਗੇ
ਨਾਨਕ ਕੋ ਪ੍ਰਭ ਰਾਖ ਲੇਹ। ਮੈਂ ਆਪ ਜੀ ਦੀ ਸ਼ਰਨ ਵਿੱਚ ਆ ਗਿਆ, ਆਪ ਜੀ ਦਾ ਸਿੱਖ ਬਣ ਕੇ। ਮੇਰੇ ਸਾਹਿਬ ਬੰਦੀ ਮੋਚ, ਮੇਰੇ ਜਿਹੜੇ ਬੰਧਨ ਪਏ ਨੇ ਮੋਚ ਕਹੀਏ ਕੱਟ ਦੇ ਉਹਨਾਂ ਬੰਧਨਾਂ ਨੂੰ। ਮੈਂ ਆਪ ਜੀ ਦੀ ਸ਼ਰਨ ਵਿੱਚ ਆਇਆ ਹਾਂ। ਕਤਕ ਹੋਵੇ ਸਾਧ ਸੰਗ ਬਿਨਸੈ ਸਭੇ ਸੋਚ। ਪਾਤਸ਼ਾਹ ਬਖਸ਼ਿਸ਼ ਕਰਦੇ ਕਹਿਣ ਲੱਗੇ ਇਹ ਜਿਹੜਾ ਕੱਤਕ ਦਾ ਮਹੀਨਾ ਹੈ ਇਹਦੇ ਵਿੱਚ ਕੀ ਬਖਸ਼ਿਸ਼ ਹੋਵੇ? ਸਾਧ ਸੰਗਤ ਪ੍ਰਾਪਤ ਹੋਵੇ। ਇਹ ਅਰਦਾਸ ਕਰਿਆ ਕਰ, ਇਹ ਬੇਨਤੀ ਕਰਿਆ ਕਰ ਸਤਿਗੁਰਾਂ ਦੇ ਚਰਨਾਂ ਵਿੱਚ ਕਿ ਮਹਾਰਾਜ ਮੈਨੂੰ ਆਪਣੀ ਸਤ ਸੰਗਤ ਦਿਓ, ਸਤ ਸੰਗਤ ਦਿਓ ਤਾਂ ਕਿ ਮੇਰਾ ਭਲਾ ਹੋ ਜਾਵੇ। ਇਹ ਅਰਦਾਸ ਕਰਿਆ ਕਰ। ਅਸੀਂ ਹੱਥ ਜੋੜਦੇ ਨਾ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਆ ਕੇ, ਤੇ ਹੱਥ ਜੋੜ ਕੇ ਫਿਰ ਫਰਿਆਦ ਕਰਦੇ, ਤੇ ਫਰਿਆਦ ਵਿੱਚ ਦੁਨੀਆ ਦੇ ਪਦਾਰਥ ਮੰਗਦੇ, ਮੈਨੂੰ ਆਹ ਮਿਲ ਜਾਵੇ, ਮੈਨੂੰ ਆਹ ਮਿਲ ਜਾਵੇ। ਪਰ ਜਦੋਂ ਅਰਦਾਸ ਕਰਦਾ ਨਾ ਉਦੋਂ ਇਹ ਮੰਗਿਆ ਕਰ ਵੀ ਮਹਾਰਾਜ ਸਾਧ ਕਾ ਸੰਗ ਵਡਭਾਗੀ ਪਾਈਐ, ਸਾਧ ਸੰਗ ਹਰ ਨਾਮ ਧਿਆਈਐ। ਮੈਨੂੰ ਸਾਧੂਆਂ ਦੀ ਸੰਗਤ ਦੇ ਜਿਹਦੇ ਵਿੱਚ ਮਿਲ ਕੇ ਮੈਂ ਨਾਮ ਜਪ ਸਕਾਂ। ਹੁਣ ਆਪਾਂ ਗੁਰੂ ਦੀ ਸੰਗਤ ਵਿੱਚ ਬੈਠੇ ਹਾਂ, ਆਪਾਂ ਇੱਥੇ ਬੈਠ ਕੇ ਕਥਾ ਸੁਣੀ ਹੈ, ਕੀਰਤਨ ਸੁਣਿਆ। ਭਾਵੇਂ ਸਾਨੂੰ ਕਥਾ ਨਹੀਂ ਕਰਨੀ ਆਉਂਦੀ, ਕੀਰਤਨ ਨਹੀਂ ਕਰਨਾ ਆਉਂਦਾ, ਪਾਠ ਨਹੀਂ ਕਰਨਾ ਆਉਂਦਾ, ਸੁਣਿਆ, ਸਾਨੂੰ ਸੁਣਨ ਦਾ ਵੀ ਉਨਾ ਹੀ ਮਹਾਤਮ ਮਿਲ ਗਿਆ। ਜਿਹਨੂੰ ਪਾਠ ਕਰਨਾ ਆਉਂਦਾ ਉਹਨੂੰ ਵੀ ਫਲ ਮਿਲਿਆ, ਜਿਹਨੂੰ ਨਹੀਂ ਆਉਂਦਾ ਉਹਨੂੰ ਵੀ ਫਲ ਮਿਲਿਆ। ਇਹ ਸਾਧ ਸੰਗਤ ਹੈ ਨਾ, ਸਾਧ ਸੰਗਤ ਵਿੱਚ ਸਾਰਿਆਂ ਨੂੰ ਫਲ ਮਿਲਦਾ ਪਿਆ। ਇਸ ਕਰਕੇ ਬੇਨਤੀ ਕਰ ਮਹਾਰਾਜ ਮੈਂ ਆਪ ਜੀ ਦੀ ਸ਼ਰਨ ਵਿੱਚ ਆਇਆ ਤੇ ਮੈਨੂੰ ਇਹ ਦਾਤ ਦਿਓ ਕਿ ਮੈਨੂੰ ਸੰਗਤ ਮਿਲੇ। ਵਡਭਾਗੀ ਹਰ ਸੰਗਤ ਪਾਵੈ, ਭਾਗਹੀਨ ਭ੍ਰਮ ਚੋਟਾਂ ਖਾਵੈ। ਬਿਨ ਭਾਗਾਂ ਸਤ ਸੰਗ ਨ ਲਭੈ, ਬਿਨ ਸੰਗਤ ਮੈਲ ਰੀਜੈ ਜੀਉ। ਇਹ ਭਾਗਾਂ ਬਿਨਾ ਸੰਗਤ ਨਹੀਂ, ਤੇ ਭਾਗ ਬਣਾਉਣਾ ਗੁਰੂ ਨੇ। ਅਸੀਂ ਮੱਥਾ ਕਿਉਂ ਟੇਕਦੇ ਹਾਂ? ਆਪਣਾ ਮੱਥਾ ਥੱਲੇ ਲਾਈਦਾ ਨਾ ਗੁਰੂ ਦੇ ਕੋਲ ਆ ਕੇ, ਤਾਂ ਲਾਈਦਾ ਵੀ ਸਾਡਾ ਮਾੜਾ ਕਰਮ ਮਾੜਾ ਲੇਖ ਗੁਰੂ ਦੇ ਚਰਨਾਂ 'ਤੇ ਮੱਥਾ ਰੱਖਿਆ ਮਿਟ ਜਾਵੇ। ਗੁਰੂ ਦੇ ਸੰਗਤ ਦੇ ਚਰਨਾਂ ਦੀ ਧੂੜੀ ਦੇ ਨਾਲ ਮਾੜਾ ਲੇਖ ਮਿਟ ਜਾਵੇ ਤੇ ਕੀ ਹੋ ਜਾਵੇ? ਚੰਗਾ ਲੇਖ ਸੰਗਤ ਦਾ ਬਣ ਜਾਵੇ। ਤਾਂ ਅਸੀਂ ਮੱਥਾ ਟੇਕਦੇ। ਇਸ ਕਰਕੇ ਮੱਥਾ ਜ਼ਰੂਰ ਆਪਣਾ ਥੱਲੇ ਲਾ ਕੇ ਧਰਤੀ 'ਤੇ ਟੇਕਣਾ ਚਾਹੀਦਾ। ਇਹ ਭਾਵਨਾ ਰੱਖ ਕੇ ਵੀ ਮੈਂ ਆਪਣੇ ਗੁਰੂ ਦੇ ਚਰਨਾਂ ਦੇ ਉੱਪਰ ਆਪਣਾ ਸੀਸ ਰੱਖ ਕੇ ਬੈਠਾ ਹਾਂ। ਤੇ ਫਿਰ ਜਿਹੜੀ ਅਰਦਾਸ ਕਰੇਗਾ ਨਾ ਵੀ ਮਹਾਰਾਜ ਆਹ ਦਾਤ ਮੈਨੂੰ ਦੇ ਦਿਓ, ਤੇ ਸਤਿਗੁਰੂ ਉਹ ਦਾਤ ਫਿਰ ਦੇ ਦਿੰਦੇ। ਜਦੋਂ ਅਰਦਾਸ ਵਿੱਚ ਮੰਗੇਗਾ ਇਹ ਕਿ ਮੈਨੂੰ ਸੰਗਤ ਦੇ ਦਿਓ, ਸਾਧ ਸੰਗਤ ਦੇ ਦਿਓ, ਮੈਂ ਨਾਮ ਜਪ ਸਕਾਂ, ਬਾਣੀ ਪੜ੍ਹ ਸਕਾਂ, ਤੇ ਫਿਰ ਸਤਿਗੁਰੂ ਤੇਰੀ ਉਹ ਇੱਛਾ ਪੂਰੀ ਕਰ ਦੇਣਗੇ। ਪਰ ਮੰਗੇਗਾ ਤੇ ਤਾਂ ਨਾ, ਜੇ ਮੰਗਦਾ ਹੀ ਨਹੀਂ ਪਿਆ, ਮੰਗਦਾ ਤੇ ਦੁਨੀਆ ਦੇ ਪਦਾਰਥ ਮੰਗਦਾ ਪਿਆ, ਮੰਗਦਾ ਤੇ ਦੁਨੀਆ ਦੀਆਂ ਵਸਤੂਆਂ ਪਿਆ, ਦੁਨੀਆ ਦੀਆਂ ਵਸਤੂਆਂ ਮਿਲਦੀਆਂ ਤੇ ਪਈਆਂ, ਪਰ ਉਹ ਚੀਜ਼ ਜਿਹੜੀ ਮੰਗੀ ਨਹੀਂ ਉਹ ਮਿਲੇ ਕਿਵੇਂ? ਇਸ ਕਰਕੇ ਅਰਦਾਸ ਕਰਿਆ ਕਰ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਕਤਕ ਹੋਵੇ ਸਾਧ ਸੰਗ। ਇਹ ਕੱਤਿਆਂ ਦਾ ਮਹੀਨਾ ਮੈਨੂੰ ਸਤ ਸੰਗਤ ਕਰਦਿਆਂ ਬਤੀਤ ਹੋਵੇ। ਬਿਨਸੈ ਸਭੇ ਸੋਚ, ਇਹ ਦੁਨੀਆ ਦੀਆਂ ਸੋਚ ਵਿਚਾਰਾਂ, ਦੁਨੀਆ ਦੀਆਂ ਵਕਾਰੀ ਬਿਰਤੀਆਂ, ਇਹ ਮਾੜੀਆਂ ਸੋਚਾਂ ਮੇਰੀਆਂ ਖਤਮ ਹੋ ਜਾਣ, ਚੰਗੀ ਸੋਚ ਮੇਰੀ ਪੈਦਾ ਹੋ ਜਾਵੇ, ਚੰਗਾ ਬਣ ਜਾਵਾਂ ਮੈਂ ਸਿੱਖ ਗੁਰੂ ਦਾ ਬਣ ਕੇ, ਤੇ ਗੁਰੂ ਦੀ ਸਿੱਖਿਆ ਦੇ ਉੱਪਰ ਚੱਲਾਂ। ਤੇ ਗੁਰੂ ਦੀ ਸਿੱਖਿਆ ਕੀ ਹੈ? ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉਠ, ਹਰ ਨਾਮ ਧਿਆਵੇ। ਇਹ ਗੁਰੂ ਦੀ ਸਿੱਖਿਆ ਹੈ। ਪਰ ਇਹ ਮਿਲੀ ਉਹਨਾਂ ਨੂੰ ਹੈ ਜਿਨ੍ਹਾਂ ਨੇ ਗੁਰੂ ਕੋਲੋਂ ਮੰਗੀ ਹੈ, ਜਿਨ੍ਹਾਂ ਨੇ ਗੁਰੂ ਕੋਲੋਂ ਲਈ ਹੈ। ਜਦੋਂ ਮੰਗੀ ਨਹੀਂ ਤੇ ਫਿਰ ਮਿਲੇਗੀ ਕਿਵੇਂ? ਇਸ ਕਰਕੇ ਅਰਦਾਸ ਵਿੱਚ ਇਹ ਮੰਗ ਲਿਆ ਕਰ ਵੀ ਮਹਾਰਾਜ ਅੰਮ੍ਰਿਤ ਵੇਲਾ ਮਿਲੇ, ਮੈਨੂੰ ਬਾਣੀ ਪੜ੍ਹਨ ਦਾ ਸੁਭਾਗ ਮਿਲੇ, ਸਤ ਸੰਗਤ ਵਿੱਚ ਬੈਠਣਾ ਮੈਨੂੰ ਆ ਜਾਵੇ। ਇਹ ਮੰਗ ਲਿਆ ਕਰ ਗੁਰੂ ਦੇ ਕੋਲੋਂ ਦਾਤ, ਤੇ ਸਤਿਗੁਰੂ ਝੋਲੀ ਪੂਰੀ ਕਰ ਦਿੰਦੇ, ਭਰ ਦਿੰਦੇ ਉਹ ਬਚਨਾਂ ਨੂੰ ਸੁਣ ਕੇ। ਧੰਨ ਗੁਰੂ ਅਰਜਨ ਦੇਵ ਮਹਾਰਾਜ ਕਹਿਣ ਲੱਗੇ ਨਾਨਕ ਕੋ ਪ੍ਰਭ ਰਾਖ ਲੇਹ, ਮੇਰੇ ਸਾਹਿਬ ਬੰਦੀ ਮੋਚ, ਕਤਕ ਹੋਵੇ ਸਾਧ ਸੰਗ ਬਿਨਸੈ ਸਭੇ ਸੋਚ। ਇਹ ਬਚਨ ਮਹਾਰਾਜ ਨੇ ਸਾਨੂੰ ਬਖਸ਼ਿਸ਼ ਕੀਤੇ। ਬਾਬਾ ਬੁੱਢਾ ਸਾਹਿਬ ਤੇ ਗੁਰੂ ਕੀਆਂ ਸੰਗਤਾਂ ਨੇ ਬੇਨਤੀ ਕੀਤੀ ਸੀ ਮਹਾਰਾਜ 12 ਮਹੀਨਿਆਂ ਦਾ ਉਪਦੇਸ਼ ਸਾਨੂੰ ਬਖਸ਼ਿਸ਼ ਕਰੋ। ਤੇ ਫਿਰ ਇਹ ਬਾਣੀ ਮਹਾਰਾਜ ਨੇ ਅੰਮ੍ਰਿਤਸਰ ਦੀ ਪਵਿੱਤਰ ਧਰਤੀ 'ਤੇ ਉਚਾਰਨ ਕਰਕੇ ਸਾਡੀ ਝੋਲੀ ਭਰੀ ਹੈ। ਗੁਰੂ ਰਹਿਮਤ ਕਰੇ ਇਹ ਉਪਦੇਸ਼ ਸਾਡੇ ਹਿਰਦੇ ਵਸੇ ਤਾਂ ਕਿ ਸਾਡਾ ਭਲਾ ਹੋਵੇ, ਸਾਡਾ ਇਹ ਮਹੀਨਾ ਸਫਲਾ ਹੋ ਜਾਵੇ। ਆਪ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਆਪਣੇ ਇਸ ਸਥਾਨ 'ਤੇ ਦੋਨੇ ਸਮੇਂ
ਕਥਾ ਵਿਚਾਰ ਜਿਹੜੀ ਹੈ ਨਾ ਉਹ ਕੀਤੀ ਜਾਂਦੀ। ਸ਼ਾਮ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਇਤਿਹਾਸ ਅਤੇ ਸਵੇਰੇ ਗੁਰਬਾਣੀ ਦੀ ਕਥਾ। ਅਤੇ ਇਸ ਕਥਾ ਨੂੰ ਰੋਜ਼ ਦਾ ਰੋਜ਼ ਰਿਕਾਰਡ ਕੀਤਾ ਜਾਂਦਾ ਆਪ ਸੰਗਤਾਂ ਵਾਸਤੇ। ਆਪ ਸੰਗਤਾਂ ਆਪਣੇ ਘਰ ਦੇ ਵਿੱਚ ਬੈਠਿਆਂ ਜਾਂ ਆਪਣੇ ਰਿਸ਼ਤੇਦਾਰਾਂ ਨੂੰ ਇਹ ਕਥਾ ਸ਼ੇਅਰ ਕਰਨ ਦੀ ਕਿਰਪਾਲਤਾ ਕਰਿਆ ਕਰੋ ਅਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਿਆ ਕਰੋ। ਇਹ ਬੇਨਤੀ ਆਪ ਸੰਗਤਾਂ ਨੇ ਜ਼ਰੂਰ ਪ੍ਰਵਾਨ ਕਰਨੀ, ਤਾਂ ਕਿ ਜਿਸ ਦਿਨ ਸਾਡੇ ਕੋਲ ਸੰਗਤ ਵਿੱਚ ਨਾ ਆਇਆ ਜਾ ਸਕੇ ਅਸੀਂ ਆਪਣੇ ਘਰ ਵਿੱਚ ਬੈਠ ਕੇ ਸਰਵਣ ਕਰ ਲਈਏ, ਜਾਂ ਜਿਹੜੇ ਸਾਡੇ ਘਰ ਵਿੱਚ ਬਜ਼ੁਰਗ ਨੇ ਸੰਗਤ ਵਿੱਚ ਨਹੀਂ ਆ ਸਕਦੇ ਉਹ ਵੀ ਘਰੇ ਬੈਠ ਕੇ ਇਸ ਗੁਰਬਾਣੀ ਦਾ ਲਾਹਾ ਪ੍ਰਾਪਤ ਕਰ ਲੈਣ। ਸੋ ਨਿਰੋਲ ਇਤਿਹਾਸ ਦੀ ਕਥਾ ਔਰ ਗੁਰਬਾਣੀ ਦੀ ਕਥਾ ਸਵੇਰੇ ਸ਼ਾਮ YouTube ਚੈਨਲ 'ਤੇ ਪਾਈ ਜਾਂਦੀ ਹੈ ਅਤੇ ਨਾਮ ਹੈ ਸਭ ਤੇ ਉੱਤਮ ਹਰ ਕੀ ਕਥਾ। ਇਹ ਜੋ ਪਿੱਛੇ ਬੋਰਡ ਲੱਗਾ ਇਹਦੇ ਉੱਪਰ ਵੀ ਗੁਰਬਾਣੀ ਦੀ ਪੰਕਤੀ ਲਿਖੀ ਹੈ। ਇਹੋ ਹੀ ਚੈਨਲ ਦਾ ਨਾਮ ਹੈ। ਆਪ ਸੰਗਤਾਂ ਨੇ ਸਬਸਕ੍ਰਾਈਬ ਕਰਨ ਦੀ ਕਿਰਪਾਲਤਾ ਕਰਨੀ ਅਤੇ ਕਥਾ ਨੂੰ ਅੱਗੇ ਜ਼ਰੂਰ ਸ਼ੇਅਰ ਕਰਿਆ ਕਰੋ। ਇਹ ਬੇਨਤੀਆਂ ਪ੍ਰਵਾਨ ਕਰਨੀਆਂ। ਲੇਖੈ ਕਥੈ ਨ ਛੂਟੀਐ, ਬਖਸ਼ਨਹਾਰ ਬਖਸ਼ ਲੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ।